ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਟਾਰ ਕੈਨੇਡਾ ਟੀਵੀ ਤੇ ਮੈਂ ਰੀਨਾ ਧੀਮਾਨ ਲੈ ਕੇ ਹਾਜ਼ਰਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਗੱਲ ਕਰਾਂਗੇ ਕਿ ਜੋ 26 ਜਨਵਰੀ ਨੂੰ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕਰਨ ਤੇ ਪਰੇਡ ਕਰਨ ਦਾ ਐਲਾਨ ਕੀਤਾ ਗਿਆ, ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ। ਜੋ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਸਾਨਾਂ ਦੇ ਨਾਮ ਤੇ ਖੁੱਲੀ ਚਿੱਠੀ ਲਿਖੀ ਹੈ, ਇਸ ਚਿੱਠੀ ਦੇ ਵਿੱਚ ਕੀ ਕੁਝ ਕਿਹਾ, ਕਿਸਾਨਾਂ ਨੂੰ ਕੀ ਹਦਾਇਤਾਂ ਜਾਰੀ ਕੀਤੀਆਂ ਨੇ, ਇਸ ਪੂਰੇ ਮੁੱਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮਨੀ परवेज। परवेज जी तुहाडा बहुत बहुत स्वागत है। बहुत बहुत धन्यवाद जी। गल की जाए बलबीर सिंह राजेवाल दे वल्लों एक चिट्ठी खुली चिट्ठी किसानां दे नाम लिखी गई है, उस चिट्ठी नूं किद्दां देखदे हो? बिल्कुल, क्योंकि जेकर पिछले दिनों की गलबात कर लीए तो पिछले दिनों तो ऐसियां तस्वीरां सामने आउणी शुरू हो गईयां सी कि ਜਦੋਂ ਦਿੱਲੀ ਨੂੰ ਸ਼ਾਮ ਹੁੰਦੀ ਸੀ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਦੇ ਉੱਤੇ ਤਾਂ ਉੱਥੇ ਹੁੱਲੜਬਾਜ਼ੀ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗ ਗਈਆਂ ਸੀ। ਕੋਈ ਉੱਥੇ दारू ਪੀ ਕੇ ਕਈ ਸ਼ਖਸ ਐਸੇ ਆਉਂਦੇ ਆ ਕਿ ਉਹ ਉੱਥੇ ਲਲਕਾਰੇ ਮਾਰਦੇ ਆ, ਕੋਈ ਡੀਜੇ ਲਾ ਕੇ ਨੱਚਦੇ, ਕੋਈ ਟਰੈਕਟਰਾਂ ਦੇ ਉੱਤੇ ਰੇਸਾਂ ਦਿੰਦੇ ਆ ਤੇ ਐਸੀਆਂ ਤਸਵੀਰਾਂ ਸਾਹਮਣੇ ਆਉਣ ਲੱਗ ਗਈਆਂ ਸੀ। ਤਾਂ ਉਹ ਜਦੋਂ ਸਾਰੀ ਦੁਨੀਆ ਦੇ ਅੰਦਰ ਉਹ ਤਸਵੀਰਾਂ ਜਾਂਦੀਆਂ ਸੀ ਤਾਂ ਕਿਸਾਨੀ ਸੰਘਰਸ਼ ਨੂੰ ਕਿਤੇ ਨਾ ਕਿਤੇ ਬਦਨਾਮ ਹੋਣ ਦੀਆਂ ਬੜੀਆਂ ਕੋਝੀਆਂ ਚਾਲਾਂ ਵੀ ਭਾਵੇਂ ਕੇਂਦਰ ਵੱਲੋਂ ਕੀਤੀਆਂ ਜਾਂਦੀਆਂ। ਹੁਣ ਉਹ ਹਾਮੀ ਭਰਨ ਲੱਗ ਗਿਆ ਸੀ ਕਿ ਜੋ ਇੱਥੇ ਬੈਠੇ ਆ ਲੋਕ ਉਹ ਸ਼ਰਾਰਤੀ ਅਨਸਰ ਵੀ ਇਹਨਾਂ 'ਚ ਬੈਠੇ ਆ, ਤਾਂ ਕੇਂਦਰ ਨੂੰ ਕਿਤੇ ਨਾ ਕਿਤੇ ਮੌਕਾ ਮਿਲਣ ਲੱਗ ਗਿਆ ਸੀ। ਜਿਸ ਹਿਸਾਬ ਦੇ ਨਾਲ ਰਾਜੇਵਾਲ ਦੀ ਕੱਲ੍ਹ ਚਿੱਠੀ ਆਉਂਦੀ ਹੈ ਉਹ ਗੱਲਾਂ ਉਹ ਚਿੱਠੀ ਦੇ ਵਿੱਚ ਲਿਖੀਆਂ ਹੋਈਆਂ ਸੀ ਜੋ ਪਿਛਲੇ ਦਿਨਾਂ ਦੇ ਅੰਦਰ ਹੋਈਆਂ ਨੇ। ਫਿਰ 26 ਤਰੀਕ ਦੀ ਗੱਲਬਾਤ ਉਹਨਾਂ ਨੇ ਚਿੱਠੀ ਦੇ ਅੰਦਰ ਬੜੀ ਡੂੰਘੀ ਲਿਖੀ ਹੋਈ ਹੈ। ਉਹ ਕਹਿੰਦੇ ਆ ਕਿ 26 ਤਰੀਕ ਨੂੰ ਕਈ ਗੱਲਾਂ ਐਸੀਆਂ ਸਾਹਮਣੇ ਆ ਰਹੀਆਂ ਨੇ ਕਿ ਲੋਕ ਕਹਿੰਦੇ ਆ ਕਿ ਅਸੀਂ ਉੱਥੇ ਜਾ ਕੇ ਕਈ ਸ਼ਰਾਰਤੀ ਅਨਸਰ, ਉਹਨਾਂ ਨੇ ਸਾਰਿਆਂ ਨੂੰ ਨਹੀਂ ਆਖਿਆ ਕਿ ਕਈ ਲੋਕ ਇਹ ਕਹਿੰਦੇ ਆ ਕਿ ਅਸੀਂ ਉੱਥੇ ਜਾ ਕੇ ਦਿੱਲੀ ਤੇ ਝੰਡਾ ਚਲਾਉਣਾ ਤੇ ਜੋ ਰਾਜਪਥ ਦੇ ਉੱਤੇ ਅਸੀਂ ਆਪਣੇ ਟਰੈਕਟਰ ਚੜਾਵਾਂਗੇ, ਲਾਲ ਕਿਲੇ ਤੇ ਝੰਡਾ ਲਹਿਰਾਵਾਂਗੇ, ਅਸੀਂ ਦਿੱਲੀ ਜਿੱਤ ਕੇ ਲਿਆਉਣੀ ਹੈ, ਦਿੱਲੀ ਵਿਆਹ ਕੇ ਲਿਆਉਣੀ ਹੈ। ਤਾਂ ਉਹਨਾਂ ਨੇ ਰਾਜੇਵਾਲ ਨੇ ਚਿੱਠੀ ਦੇ ਅੰਦਰ ਸਿੱਧਾ ਲਿਖਿਆ ਕਿ ਸਾਡਾ ਦੇਸ਼ ਹੈ, ਅਸੀਂ ਖੁਦ ਇਹ ਦੇਸ਼ ਦੇ ਨਾਗਰਿਕ ਹਾਂ, ਸਾਨੂੰ ਸਾਡੇ ਦੇਸ਼ ਦੇ ਉੱਤੇ ਮਾਣ ਆ ਕਿ ਅਸੀਂ ਐਸੀ ਕੋਈ ਕਾਰਗੁਜ਼ਾਰੀ ਨਹੀਂ ਕਰਾਂਗੇ ਜਿਹਦੇ ਨਾਲ ਕਿ ਸਾਨੂੰ ਲੋਕ, ਕੇਂਦਰ ਤਾਂ ਪਹਿਲਾਂ ਹੀ ਕਹਿੰਦਾ ਕਿ ਇਹ ਖਾਲਿਸਤਾਨੀ ਨੇ, ਕਿ ਸਾਡੇ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਤਾਂ ਰਾਜੇਵਾਲ ਨੇ ਚਿੱਠੀ 'ਚ ਇਹ ਗੱਲ ਵੀ ਠੋਕਵੀਂ ਲਿਖੀ ਹੈ ਕਿ ਕਈ ਲੋਕਾਂ ਨੇ ਟਰੈਕਟਰ ਮੋਡੀਫਾਈ ਵੀ ਕਰਵਾਏ ਹੈ। ਉਹ ਕਹਿੰਦੇ ਆ ਕਿ ਅਸੀਂ ਪੁਲਿਸ ਦਾ ਵਿਰੋਧ ਕਰਨਾ, ਕਿ ਅਸੀਂ ਐਸੇ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਲੈ ਕੇ ਚੱਲੇ ਹਾਂ। 26 ਤਰੀਕ ਨੂੰ ਅਸੀਂ ਪਰੇਡ ਕਰਨੀ ਆ ਆਪਣੀ, ਉਹ ਆਪਣੀ ਪਰੇਡ ਵੀ ਅਸੀਂ ਸ਼ਾਂਤਮਈ ਢੰਗ ਨਾਲ ਕਰਨੀ ਹੈ ਕਿ ਸਾਡਾ 26 ਤਰੀਕ ਨੂੰ ਕੋਈ ਐਸਾ ਮਕਸਦ ਨਹੀਂ ਕਿ ਅਸੀਂ ਲਾਲ ਝੰਡੇ ਤੇ ਲਾਲ ਕਿਲੇ ਤੇ ਝੰਡਾ ਲਹਿਰਾਉਣਾ ਜਾਂ ਅਸੀਂ ਰਾਜਪਥ ਦੇ ਉੱਤੇ ਟਰੈਕਟਰ ਚੜਾਉਣੇ ਨੇ। ਆਪਣੀ ਐਸਾ ਕੋਈ ਇਰਾਦਾ ਨਹੀਂ ਕਿ ਜੋ ਐਸੀਆਂ ਅਫਵਾਹਾਂ ਨੇ ਉਹਨਾਂ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਤੇ ਅਸੀਂ ਐਸਾ ਕੋਈ ਦਿਮਾਗ ਦੇ ਅੰਦਰ ਖਿਆਲ ਵੀ ਨਹੀਂ ਸੋਚਿਆ। ਪਰ ਪਿਛਲੇ ਦਿਨਾਂ ਦੇ ਅੰਦਰ ਇਹ ਗੱਲਾਂ ਸਾਫ਼ ਹੋਈਆਂ ਨੇ, ਜਿਸ ਹਿਸਾਬ ਨਾਲ ਤਸਵੀਰਾਂ ਆਈਆਂ ਸੀ ਤਾਂ ਉਹ ਗੱਲਾਂ ਇਹ ਹਾਮੀ ਭਰਦੀਆਂ ਸੀ ਕਿਤੇ ਨਾ ਕਿਤੇ ਸ਼ਰਾਰਤੀ ਅਨਸਰਾਂ ਵੱਲੋਂ ਇਹ ਸੰਘਰਸ਼ ਨੂੰ ਠੰਡਾ ਪਾਉਣ ਦੀ, ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਰਾਜੇਵਾਲ ਨੇ ਇਹ ਗੱਲ ਵੀ ਆਖੀ ਹੈ ਚਿੱਠੀ ਦੇ ਅੰਦਰ ਕਿ ਸਰਕਾਰ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ, ਉਹ ਮੌਕਾ ਭਾਲ ਰਿਹਾ, ਉਹ ਬੰਦਿਆਂ ਨੂੰ ਹੋਰਾਂ ਨੂੰ ਭੜਕਾ ਰਿਹਾ ਕਿ ਇਹਨਾਂ ਤੋਂ ਐਸੇ ਕੰਮ ਕਰਵਾਓ ਜਿਹਦੇ ਨਾਲ ਇਹ ਸੰਘਰਸ਼ ਨੂੰ ਢਾਹ ਲੱਗ ਸਕੇ, ਕਿ ਇਹਨਾਂ ਦੇ ਸੰਘਰਸ਼ ਨੂੰ ਠੰਡਾ ਕੀਤਾ ਜਾ ਸਕੇ, ਤਾਂ ਕਿ ਅਸੀਂ ਇਹ ਗੱਲ ਕਹਿ ਸਕੀਏ ਕਿ ਜੋ ਲੋਕ ਧਰਨੇ ਤੇ ਬੈਠੇ ਉਹ ਹੁੱਲੜਬਾਜ਼ੀ ਕਰਦੇ ਆ, ਇਹਨਾਂ ਨੂੰ ਧਰਨੇ ਤੋਂ ਉਠਾਇਆ ਜਾਵੇ। ਫਿਰ ਸੁਪਰੀਮ ਕੋਰਟ ਦੇ ਅੰਦਰ ਪਟੀਸ਼ਨਾਂ ਪਾਈਆਂ ਜਾਣ, ਸੁਪਰੀਮ ਕੋਰਟ ਦੀਆਂ ਪਟੀਸ਼ਨਾਂ ਪਾ ਕੇ ਸਾਨੂੰ ਉਠਾਇਆ ਜਾਵੇ। ਇਹ ਗੱਲ ਆਖੀ ਉਹਨਾਂ ਨੇ ਚਿੱਠੀ ਦੇ ਅੰਦਰ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਬੜੇ ਲੰਮੇ ਸਮੇਂ ਤੋਂ ਸੰਘਰਸ਼ ਅਸੀਂ ਵਿੱਢਿਆ ਹੋਇਆ ਸ਼ਾਂਤਮਈ ਢੰਗ ਨਾਲ ਇੱਥੇ ਲੈ ਕੇ ਆਏ ਕਿ ਇਹ ਗੱਲ ਨਾ ਹੋਵੇ ਕਿ ਮਾੜੀ ਜੀ ਗੱਲ ਪਿੱਛੇ ਸਾਡਾ ਸੰਘਰਸ਼ ਹੈ ਜਿਹੜਾ ਉਹ ਚੱਕਿਆ ਜਾਵੇ ਤੇ ਮੁੜ ਕੇ ਐਡਾ ਸੰਘਰਸ਼ ਮੁੜ ਕੇ ਖੜਾ ਵੀ ਨਹੀਂ ਹੋ ਸਕਦਾ। ਤੇ ਅਸੀਂ ਆਪਣੇ ਹੱਕਾਂ ਲਈ ਬੈਠੇ ਹਾਂ ਤੇ ਸ਼ਾਂਤਮਈ ਢੰਗ ਨਾਲ ਅਸੀਂ ਪ੍ਰਦਰਸ਼ਨ ਕਰਾਂਗੇ। परवेज जी, कौन हो सकते हैं ये ਜਿਹੜੇ ਸ਼ਰਾਰਤੀ ਅਨਸਰ? ਆਏ ਦਿਨ ਸ਼ਰਾਰਤੀ ਅਨਸਰ ਫੜੇ ਵੀ ਜਾ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ, ਕਾਫੀ ਤਸਵੀਰਾਂ ਇਹਨਾਂ ਨੂੰ ਫੜਿਆ ਜਾ ਰਿਹਾ ਵੀ ਕੌਣ ਹੋ ਸਕਦੇ ਨੇ, ਕਿਹਨਾਂ ਵੱਲੋਂ ਇਹਨਾਂ ਨੂੰ ਭੇਜਿਆ ਗਿਆ ਵੀ ਤਾਂ ਕਿ ਜਿਹੜੇ ਸੰਘਰਸ਼ ਨੂੰ ਠੰਡਾ ਕੀਤਾ ਜਾ ਸਕੇ? ਬਿਲਕੁਲ, ਜਿਵੇਂ ਤੁਸੀਂ ਆਖਿਆ ਕਿ ਕੌਣ ਲੋਕ ਨੇ ਇਹ, ਤਾਂ ਰਾਜੇਵਾਲ ਦੇ ਵੱਲੋਂ ਜੇਕਰ ਰਾਜੇਵਾਲ ਦੇ ਬਿਆਨ ਨੂੰ ਰੱਖ ਲਈ ਇੱਕ ਪਾਸੇ, ਉਹਨਾਂ ਦਾ ਕਹਿਣਾ ਇਹ ਹੈ ਕਿ ਕੇਂਦਰ ਸਰਕਾਰ ਤਾਂ ਇਹੀ ਚਾਹੁੰਦੀ ਹੈ ਕਿ ਕਈ ਸ਼ਖਸ ਐਸੇ ਸਾਡੇ ਵਿੱਚ ਸ਼ਾਮਲ ਵੀ ਕਰ ਦਿੱਤੇ ਜਾਂਦੇ ਨੇ ਜੋ ਕਿਸਾਨਾਂ ਨੂੰ ਬਦਨਾਮ ਕਰਦੇ। ਹੁਣ ਪਿਛਲੇ ਦਿਨ ਦੀ ਇੱਕ ਤਸਵੀਰ ਸੀ ਕਿ ਇੱਕ, ਮੈਂ ਸਰਦਾਰ ਤਾਂ ਨਹੀਂ ਕਹੂੰਗਾ ਉਸ ਸ਼ਖਸ ਨੂੰ, ਕਿ ਨਕਲੀ ਪੱਗ ਬੰਨ੍ਹ ਕੇ, ਨਕਲੀ ਉਹਨਾਂ ਨੇ ਕੇਸ ਰੱਖ ਕੇ ਕਿ ਉਹ ਦਾਰੂ ਦੀਆਂ ਬੋਤਲਾਂ ਦੀ ਸਪਲਾਈ ਕਰਦੇ ਸੀ, ਉਹਨਾਂ ਨੂੰ ਫੜਿਆ ਜਾਂਦਾ ਹੈ। ਉਹ ਤਸਵੀਰਾਂ ਕਿਸਾਨਾਂ ਨਾਲ ਲਿਆ ਕੇ ਜੋੜ ਦਿੱਤੀਆਂ ਜਾਂਦੀਆਂ ਨੇ ਗੋਦੀ ਮੀਡੀਆ ਦੇ ਵੱਲੋਂ ਕਿ ਕਿਸਾਨ ਦਾਰੂ ਵੇਚਦੇ, ਤਾਂ ਉਹ ਢਾਹ ਕਿਹਨਾਂ ਨੂੰ ਲੱਗੀ? ਸਾਡੇ ਕਿਸਾਨੀ ਸੰਘਰਸ਼ ਨੂੰ। ਫਿਰ ਇੱਕ ਦਿਨ ਤਸਵੀਰਾਂ ਵਾਇਰਲ ਹੁੰਦੀਆਂ ਨੇ ਕਿ ਕਿਸਾਨ ਸੰਘਰਸ਼ ਦੇ ਅੰਦਰ ਜਨਾਨੀਆਂ ਦੀਆਂ, ਔਰਤਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਤੇ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਫਿਰ ਗੋਦੀ ਮੀਡੀਆ ਕਿਹਨਾਂ ਨਾਲ ਜੋੜ ਕੇ ਦੇਖਦਾ? ਸਾਡੇ ਕਿਸਾਨੀ ਸੰਘਰਸ਼ ਦੇ ਨਾਲ। ਤਾਂ ਇਹ ਲੋਕ ਧਰਨਿਆਂ ਦੇ ਅੰਦਰ ਜਦੋਂ ਕਿ ਧਰਨਾ ਲੰਬਾ ਜ਼ਿਆਦਾ ਚੱਲਣ ਲੱਗ ਜੇ ਤਾਂ ਐਸੇ ਸ਼ਖਸ ਨੇ ਜੋ ਵਿਰੋਧੀ ਤਾਕਤਾਂ ਨੇ ਉਹ ਲਿਆ ਕੇ ਸ਼ਾਮਲ ਵਿੱਚ ਕਰਨਾ
ਕਰ ਦਿੰਦੀਆਂ ਨੇ। ਉਹਨਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਸੰਘਰਸ਼ ਨੂੰ ਖਰਾਬ ਤੇ ਬਦਨਾਮ ਕੀਤਾ ਜਾ ਸਕੇ, ਤਾਂ ਕਿ ਸਾਨੂੰ ਮੌਕਾ ਕਿੰਤੂ ਪਰੰਤੂ ਕਰਨ ਦਾ ਮਿਲੇ ਕੇਂਦਰ ਸਰਕਾਰ ਨੂੰ ਕਿੰਤੂ ਪਰੰਤੂ। ਪਰ ਜਿਵੇਂ ਸਾਡੇ ਆਗੂ ਨੇ ਬੜੇ ਸੂਝਵਾਨ ਨੇ, ਜਿਸ ਹਿਸਾਬ ਨਾਲ ਉਹਨਾਂ ਨੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਚਲਾ ਕੇ ਰੱਖਿਆ, ਤਾਂ ਉਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਸ਼ਾਂਤਮਈ ਢੰਗ ਨਾਲ ਲੈ ਕੇ ਚੱਲੇ ਤੇ ਸ਼ਾਂਤਮਈ ਢੰਗ ਨਾਲ ਹੀ ਨਤੀਜਾ ਨਿਕਲੇ। ਪਰ ਇੱਥੇ ਇਹ ਗੱਲ ਵੀ ਹੈਗੀ ਹੈ ਕਿ ਸ਼ਰਾਰਤੀ ਅੰਸਰ ਸਾਰੇ ਨਹੀਂ ਹੁੰਦੇ, ਪਰ ਕੁਛ ਸਾਡੇ ਨੌਜਵਾਨ ਵੀ ਐਸੇ ਹੋ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਜੋਸ਼ ਨਾਲ ਕੰਮ ਲੈ ਸਕਦੇ ਹਾਂ। ਜਦੋਂ ਜਿੱਥੇ ਜੋਸ਼ ਤੇ ਹੋਸ਼ ਅਸੀਂ ਦੋਨਾਂ ਤੋਂ ਕੰਮ ਲੈਂਦੇ ਹਾਂ, ਉੱਥੇ ਸਾਡੇ ਨੌਜਵਾਨ ਕਿਤੇ ਨਾ ਕਿਤੇ ਜੋਸ਼ ਤੋਂ ਜ਼ਿਆਦਾ ਕੰਮ ਲੈ ਲੈਂਦੇ ਆ। ਤਾਂ ਸਾਡੇ ਜੋ ਕਿਸਾਨ ਆਗੂ ਨੇ, ਸਮਝਦਾਰ ਨੇ, ਬਜ਼ੁਰਗ ਨੇ, ਕਿਉਂਕਿ ਉਹਨਾਂ ਦੇ ਰਾਸਤਿਆਂ ਤੇ ਅਸੀਂ ਚੱਲ ਰਹੇ ਹਾਂ। ਹੁਣ ਜਿੰਨਾ ਸੰਘਰਸ਼ ਚੱਲਿਆ, ਉਹ ਕਿਸਾਨ ਆਗੂ ਜੋ ਅੱਗੇ ਅਸੀਂ ਲਾਏ ਹੋਏ ਆ, ਉਹਨਾਂ ਨੂੰ ਦੇਖ ਕੇ ਜੋ ਨਕਸ਼ੇ ਕਦਮ ਦਿੰਦੇ ਆ, ਉਹਨਾਂ ਤੇ ਚੱਲਦੇ ਆ। ਨੌਜਵਾਨ ਨੇ ਉਹ ਸਾਰੇ ਸਮੇਟ ਕੇ ਰੱਖੇ ਹੋਏ ਆ ਸਾਡੇ ਕਿਸਾਨ ਆਗੂਆਂ ਨੇ, ਕਿਵੇਂ ਦਿਸ਼ਾ ਨਿਰਦੇਸ਼ ਦੇਣਾ, ਉਹ ਸਾਰਾ ਬੜਾ ਹੀ ਸੂਝਵਾਨ ਤਰੀਕੇ ਨਾਲ ਚੱਲ ਰਿਹਾ। ਪਰ ਤਸਵੀਰਾਂ ਜਿਵੇਂ ਹੁਣ 26 ਤਰੀਕ ਦੀਆਂ ਆਉਣ ਲੱਗ ਗਈਆਂ ਸੀ, ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋਣ ਲੱਗ ਗਈ ਸੀ। ਪਰ ਰਾਜੇਵਾਲ ਨੇ ਚੰਗੀ ਤਰੀਕੇ ਨਾਲ ਹੁੱਲੜਬਾਜ਼ਾਂ ਨੂੰ ਝਾੜ ਪਾਈ ਹੈ। ਇਹ ਗੱਲ ਵੀ ਆਖੀ ਹੈ ਕਿ ਅਸੀਂ 26 ਤਰੀਕ ਨੂੰ ਲੈ ਕੇ ਕੋਈ ਐਸਾ ਹੰਗਾਮਾ ਨਹੀਂ ਕਰਨਾ ਚਾਹੁੰਦੇ, ਤੇ ਬਾਕੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਨੌਜਵਾਨ ਨੇ ਜਿਹੜੇ ਉਹ ਵੀ ਇਹ ਗੱਲ ਤੇ ਖਾਸ ਧਿਆਨ ਦੇਣ, ਤੇ ਅਸੀਂ ਕੇਂਦਰ ਨੂੰ ਕੋਈ ਐਸਾ ਮੌਕਾ ਨਾ ਦਈਏ ਜਿਹਦੇ ਨਾਲ ਅਸੀਂ ਸਾਰੀ ਬਾਜੀ ਆਪਣੇ ਹੱਥੋਂ ਆਉਂਦੀ ਖੋ ਬੈਠੀਏ, ਹੈ ਨਾ, ਜਿੱਤੀ ਹੋਈ ਬਾਜੀ। ਹੁਣ ਪਿਛਲੇ ਦਿਨਾਂ ਦੇ ਅੰਦਰ ਇਹ ਖਬਰ ਸੀ ਕਿ ਸੁਪਰੀਮ ਕੋਰਟ ਦੀ ਇੱਕ ਵਿਕਟ ਜਿਹੜੀ ਕਮੇਟੀ ਬਣਾਈ ਸੀ, ਉਹਦੀ ਇੱਕ ਵਿਕਟ ਡਿੱਗੀ ਹੈ ਤੇ 3 ਹਲੇ ਖੜੀਆਂ ਨੇ। ਯੋਗਿੰਦਰ ਯਾਦਵ ਦਾ ਬਿਆਨ ਆਉਂਦਾ ਹੈ ਕਿ ਇਹ 3 ਵਿਕਟਾਂ ਖੜ ਗਈਆਂ, ਇੱਕ ਅਸੀਂ ਡੇਗਤੀ ਹੈ ਤੇ ਉਮੀਦ ਹੈ ਕਿ ਅਸੀਂ 3 ਵੀ ਡੇਗ ਦਾਂਗੇ। ਤਾਂ ਅਸੀਂ ਇੱਕ ਪਾਸੇ ਤੇ ਐਡੇ ਵੱਡੇ ਹੌਸਲੇ ਰੱਖਦੇ ਹਾਂ ਤੇ ਬੜੇ ਸ਼ਾਂਤਮਈ ਢੰਗ ਨਾਲ, ਕਿਉਂਕਿ ਅਸੀਂ ਪ੍ਰਦਰਸ਼ਨ ਕੀਤਾ, 4 ਮੈਂਬਰਾਂ ਦੀ ਕਮੇਟੀ ਬਣਾਈ ਜਾਂਦੀ ਹੈ, ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਸੀ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨ ਸਹੀ ਨੇ, ਬੇਸ਼ੱਕ ਦੀ ਉਹਨਾਂ ਨੇ ਪਹਿਲਾਂ ਹਾਮੀਆਂ ਭਰੀਆਂ ਹੋਣ ਕਿ ਕਾਨੂੰਨ ਲਾਹੇਬੰਦ ਨੇ, ਇਹ 4 ਮੈਂਬਰ ਇਹਨਾਂ ਦੇ ਇਹ ਕਹਿੰਦੇ ਸੀ, ਪਰ ਜਦੋਂ ਉਹਨਾਂ ਦੇ ਆਗੂ ਨੂੰ ਲੱਗਿਆ ਕਿ ਕਿਸਾਨ ਬੜੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਿਹਾ, ਤਾਂ ਆਪਣੇ ਆਪ ਉਹ ਪਿੱਛੇ ਹਟਣੇ ਸ਼ੁਰੂ ਹੋ ਗਏ। ਉਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਕਿਸਾਨ ਵੀ ਸਹੀ ਹੈ। ਤਾਂ ਇਹ ਤਸਵੀਰਾਂ, ਇੱਕ ਪਾਸੇ ਤਾਂ ਅਸੀਂ ਐਡੇ ਵੱਡੇ ਹੌਸਲੇ ਲੈ ਕੇ ਬੈਠੇ ਹਾਂ ਕਿ ਅਸੀਂ ਬਿਨਾਂ ਬੋਲੇ, ਬਿਨਾਂ ਕੁਛ ਕਹੇ ਆਪਣੀਆਂ ਮੰਗਾਂ ਮਨਵਾਈ ਜਾ ਰਹੇ ਹਾਂ, ਅਸੀਂ ਇਸ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ। ਜਦੋਂ ਕਹਿੰਦੇ ਜਿੱਥੇ ਬੋਲਣ ਦੀ ਲੋੜ ਪੈ ਗਈ, ਉਹ ਕੰਮ ਸਭ ਤੋਂ ਵਧੀਆ ਹੁੰਦਾ ਜਿੱਥੇ ਬੋਲਣ ਦੀ ਲੋੜ ਨਾ ਹੀ ਪਵੇ ਤੇ ਕੰਮ ਹੋ ਜੇ, ਤੇ ਫਿਰ ਉੱਥੇ ਖੜਕਾ ਦੜਕਾ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ, ਜਿੱਥੇ ਮਸਲੇ ਤੁਹਾਡੇ ਚੁੱਪ ਰਹਿਣ ਤੇ ਸੁਲਝ ਜਾਣ। ਤਾਂ ਇਹ ਨਸੀਹਤ ਵੀ ਕਿਤੇ ਨਾ ਕਿਤੇ ਰਾਜੇਵਾਲ ਦੇ ਵੱਲੋਂ ਚਿੱਠੀ ਦੇ ਵਿੱਚ ਦਿੱਤੀ ਗਈ ਜੀ। ਕਿਸਾਨਾਂ ਵੱਲੋਂ ਟ੍ਰੇਲਰ ਦੀ ਗੱਲ ਕੀਤੀ ਗਈ ਸੀ, ਟ੍ਰੇਲਰ ਕਿਸਾਨਾਂ ਵੱਲੋਂ ਦਿਖਾ ਹੀ ਦਿੱਤਾ ਗਿਆ, ਟਰੈਕਟਰ ਮਾਰਚ ਵੀ ਵੱਡੇ ਪੱਧਰ ਤੇ ਕੱਢਿਆ ਗਿਆ ਸੀ। ਤੇ ਉਸ ਤੋਂ ਬਾਅਦ ਜੇ ਲੋਹੜੀ ਦੀ ਗੱਲ ਕੀਤੀ ਜਾਵੇ ਤਾਂ ਲੋਹੜੀ ਤੇ ਵੀ ਵੱਡੇ ਪੱਧਰ ਤੇ ਜਿਹੜਾ ਕੇਂਦਰ ਸਰਕਾਰ ਨੂੰ ਪ੍ਰਦਰਸ਼ਨ ਦਿਖਾਇਆ ਗਿਆ। ਹੁਣ ਫਿਲਮ ਬਾਕੀ ਹੈ, ਫਿਲਮ ਹੈ ਜਿਹੜੀ 26 ਤਰੀਕ ਨੂੰ ਆਉਣ ਵਾਲੀ ਹੈ। 26 ਜਨਵਰੀ ਨੂੰ ਲੈ ਕੇ ਜਿਹੜੇ ਕਿਸਾਨਾਂ ਵੱਲੋਂ ਪੂਰਨ ਜ਼ੋਰ ਲਗਾਇਆ ਜਾ ਰਿਹਾ ਵੀ ਜਿਹੜਾ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਊ। ਕੀ ਲੱਗਦਾ ਵੀ 26 ਜਨਵਰੀ ਟ੍ਰੇਲਰ ਦੇਖ ਕੇ ਹੀ ਕੀ ਕੇਂਦਰ ਸਰਕਾਰ ਡਰ ਗਈ ਹੈ ਵੀ ਹੁਣ ਜਿਹੜੀ ਫਿਲਮ ਦੀ ਦੇਖਣ ਤੇ ਕੋਈ ਨਾ ਕੋਈ ਉੱਥੇ ਤੱਕ ਧਮਕਾ ਜਿਹੜੀ ਪਹੁੰਚੇਗੀ? ਬਿਲਕੁਲ, ਜਿਵੇਂ ਤੁਸੀਂ 26 ਤਰੀਕ ਤੇ ਫਿਲਮ ਦੀ ਗੱਲ ਆਖੀ ਕਿ ਪਹਿਲਾਂ ਟ੍ਰੇਲਰ ਤਾਂ ਦਿਖਾਤਾ ਸੀ, ਤਾਂ ਉਹੀ ਡਰ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਅੰਦਰ ਵੀ ਗਿਆ। ਸੁਪਰੀਮ ਕੋਰਟ ਦੇ ਅੰਦਰ ਵੀ ਇਹ ਪਟੀਸ਼ਨ ਦਾਇਰ ਹੋਈ ਕਿ 26 ਤਰੀਕ ਨੂੰ ਇਹ ਹੁੱਲੜਬਾਜ਼ੀ ਕਰਨਗੇ ਕਿਸਾਨ, 26 ਤਰੀਕ ਨੂੰ ਰਾਜਪਥ ਉੱਤੇ ਟਰੈਕਟਰ ਚਲਾਉਣਗੇ। ਤਾਂ ਉਹ ਮਕਸਦ ਸੁਪਰੀਮ ਕੋਰਟ ਦੇ ਅੰਦਰ ਕਿਸਾਨਾਂ ਨੇ ਆਖਿਆ ਕਿ ਅਸੀਂ ਸੁਪਰੀਮ ਕੋਰਟ ਦਾ ਰਾਹ ਜਾਣਾ ਹੀ ਨਹੀਂ ਚਾਹੁੰਦੇ ਸੀ, ਸਾਡੀ ਗੱਲ ਕੇਂਦਰ ਨਾਲ ਸੀ। ਕੇਂਦਰ ਨੇ ਕਾਨੂੰਨ ਬਣਾਏ, ਰਾਜਪਾਲ ਦੇ ਅੰਦਰ, ਰਾਜ ਸਭਾ ਦੇ ਅੰਦਰ ਉਹ ਪਾਸ ਹੋਏ, ਲੋਕ ਸਭਾ ਦੇ ਅੰਦਰ ਉਹ ਪਾਸ ਹੋਏ ਕਿ ਕਾਨੂੰਨ ਤਾਂ ਕੇਂਦਰ ਨੇ ਬਣਾਏ ਆ, ਸਾਡੀ ਸੁਪਰੀਮ ਕੋਰਟ ਨਾਲ ਤਾਂ ਕੋਈ ਗੱਲ ਹੀ ਹੈ ਨਹੀਂ। ਕਹਿੰਦੇ ਸਾਨੂੰ ਕੇਂਦਰ ਜਾਣ ਕੇ ਘੜੀਸ ਕੇ ਸੁਪਰੀਮ ਕੋਰਟ ਦੇ ਅੰਦਰ ਲੈ ਕੇ ਗਿਆ ਤਾਂ ਕਿ ਸੁਪਰੀਮ ਕੋਰਟ ਦੀ ਦਖਲ ਹੋ ਸਕੇ, ਜੋ ਫੈਸਲੇ ਨੇ ਉਹ ਸੁਪਰੀਮ ਕੋਰਟ ਤੋਂ ਕਰਵਾਏ ਜਾਣ, ਤਾਂ ਕਰਕੇ ਕਿ ਕੇਂਦਰ ਆਪਣੇ ਆਪ ਨੂੰ ਵਿੱਚੋਂ ਮਾਈਨਸ ਕਰਕੇ ਆਪ ਕਿਤੇ ਨਾ ਕਿਤੇ ਸਹੀ ਬਣ ਜੇ। ਤਾਂ ਇਹ ਮਕਸਦ ਇਹ ਕਿਸਾਨ ਆਗੂਆਂ ਨੇ ਪਹਿਲੀ ਗੱਲ ਆਖੀ ਹੈ ਕਿ ਸਾਨੂੰ ਸੁਪਰੀਮ ਕੋਰਟ ਦੇ ਅੰਦਰ ਜਾਣ ਕੇ ਲੈ ਕੇ ਜਾਇਆ ਗਿਆ। ਸਾਡੇ ਜਿਹੜੀ ਟਰੈਕਟਰ ਰੈਲੀ ਸੀ ਉਹ 26 ਤਰੀਕ ਦੀ ਕਾਰਨਾਂ ਕਰਕੇ ਉਹਨਾਂ ਨੂੰ ਡਰ ਸੀ ਕਿ ਕਿਤੇ ਨਾ ਕਿਤੇ ਐਸੀ ਕੋਈ ਤਸਵੀਰ ਨਾ ਸਾਹਮਣੇ ਆ ਜਾਏ ਕਿ ਜਿਹਦੇ ਨਾਲ ਸਾਡੀ ਜਿਹੜੀ ਸਿਆਸਤ ਹੈ ਉਹ ਖੇਡ ਸਾਰੀ ਵਿਗੜ ਕੇ ਰਹਿ ਜੇ, ਸਾਡੀ ਦੇਸ਼ ਦੁਨੀਆ ਦੇ ਅੰਦਰ ਮਾੜਾ ਸੁਨੇਹਾ ਚੱਲ ਜੇ ਜਾਂ ਸਾਡੀ ਬੇਇੱਜ਼ਤੀ ਹੋ ਜੇ। ਇਹ ਕਾਰਨਾਂ ਨੂੰ ਕਰਕੇ 26 ਜਨਵਰੀ ਵਾਲੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਤੇ ਉਹਦੇ 'ਚ ਕਿਸਾਨਾਂ ਤੋਂ ਜਵਾਬ ਮੰਗਿਆ ਗਿਆ। ਕਿਸਾਨਾਂ ਦਾ ਜਵਾਬ ਸੀ ਕਿ ਅਸੀਂ 26 ਤਰੀਕ ਨੂੰ ਸਾਡਾ ਕੋਈ ਮਕਸਦ ਨਹੀਂ ਹੈ ਐਸਾ ਕੁਝ ਕਰਨ ਦਾ, ਤੇ ਸੁਪਰੀਮ ਕੋਰਟ ਦੇ ਵੱਲੋਂ ਵੀ ਇਹਦੇ ਪਟੀਸ਼ਨ ਦੇ ਉੱਤੇ ਗੱਲਬਾਤ ਕੀਤੀ ਗਈ। ਤਾਂ ਮਕਸਦ ਇੱਕੋ ਸੀ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ 26 ਤਰੀਕ ਨੂੰ ਰੋਕ ਲਿਆ ਜਾਵੇ, ਜਾਂ ਜੇ ਕਿ 26 ਤਰੀਕ ਨੂੰ ਕਿਸਾਨ ਆਪਣਾ ਪ੍ਰਦਰਸ਼ਨ ਕਰਦੇ ਆ ਰਾਜਪਥ ਦੇ ਉੱਤੇ ਤਾਂ ਸੁਪਰੀਮ ਕੋਰਟ ਦੀਆਂ ਨਿਗਾਹ 'ਚ ਕਿਸਾਨ ਕਿਤੇ ਨਾ ਕਿਤੇ ਗਲਤ ਹੋ ਜਾਣਗੇ। ਮਕਸਦ ਇਹ ਸੀ। ਤਾਂ ਕਰਕੇ ਮਸਲੇ ਨੂੰ ਸਾਰੇ ਨੂੰ ਸੁਪਰੀਮ ਕੋਰਟ ਦੇ ਅੰਦਰ ਲੈ ਕੇ ਜਾਂਦਾ ਗਿਆ। ਜੋ ਵਲ ਵਲੇਵੇਂ ਸੀ ਕੇਂਦਰ ਨੇ ਸੁਪਰੀਮ ਕੋਰਟ ਦੇ ਰਾਹੀਂ ਉਹ ਵਲ ਵਲੇਵੇਂ ਕੱਢੇ ਤੇ ਉਹਦਾ ਫੈਸਲਾ ਵੀ ਕਿਤੇ ਨਾ ਕਿਤੇ, ਜਿਵੇਂ ਹੁਣ ਉਹਨਾਂ ਨੇ ਹੋਲਡ ਕੀਤੇ ਗਏ ਕਾਨੂੰਨ ਥੋੜ੍ਹੇ ਸਮੇਂ ਦੇ ਲਈ, ਕਿਸਾਨ ਇਹ ਕਹਿੰਦੇ ਕਿ ਥੋੜ੍ਹੇ ਸਮੇਂ ਲਈ ਹੋਲਡ ਨੇ, ਪਰ ਹੋ ਸਕਦਾ ਕਿ ਥੋੜ੍ਹੇ ਸਮੇਂ ਬਾਅਦ ਇਹ ਫੇਰ ਬਰਕਰਾਰ ਹੋ ਜਾਣ। ਤਾਂ ਕਿਸਾਨਾਂ ਨੂੰ ਉਹੀ ਡਰ ਹੈ। ਕਿਸਾਨ ਕਹਿ ਰਹੇ ਹੈ ਕਿ ਸਾਨੂੰ ਸੁਪਰੀਮ ਕੋਰਟ ਦਾ ਫੈਸਲਾ
ਜੋ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਜੋ 4 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਦੇ ਤੇ ਸਾਨੂੰ ਯਕੀਨ ਨਹੀਂ, ਜੀ ਕਿਉਂਕਿ ਉਹਨਾਂ ਦੇ ਆਗੂ ਪਹਿਲਾਂ ਹੀ ਹੱਕ 'ਚ ਭੁਗਤ ਚੁੱਕੇ ਆ ਕੇਂਦਰ ਦੇ। ਜੀ ਸੁਪਰੀਮ ਕਹਿੰਦੇ ਸੀ ਵੀ ਜੇਕਰ ਕਿਸਾਨਾਂ ਦੇ ਵਿੱਚ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਜਿਹੜੇ ਰੇੜਕਾ ਬਰਕਰਾਰ ਆ ਉਹਦੇ ਵਿੱਚ ਜੇਕਰ ਕਹਿੰਦੇ ਤੀਜੀ ਧਿਰ ਆਊਗੀ ਤਾਂ ਮਸਲੇ ਦਾ ਹੱਲ ਹੋਊਗਾ। ਤੀਜੀ ਧਿਰ ਨੇ ਐਂਟਰੀ ਕੀਤੀ ਆ, ਸੁਪਰੀਮ ਕੋਰਟ ਵੱਲੋਂ ਵਿੱਚ ਐਂਟਰੀ ਕੀਤੀ ਆ, ਕਾਨੂੰਨਾਂ ਤੇ ਰੋਕ ਲਗਾ ਦਿੱਤੀ ਹੈ, ਪਰ ਕਿਸਾਨ ਹਜੇ ਵੀ ਅੜੇ ਹੋਏ ਨੇ। ਉਹ ਕਹਿੰਦੇ ਬੇਸ਼ੱਕ ਚਲੋ ਕੇਂਦਰ ਸਰਕਾਰ ਵੱਲੋਂ ਫੈਸਲਾ ਸੁਣਾਇਆ ਗਿਆ, ਪਰ ਅਸੀਂ ਜੋ ਕਮੇਟੀ ਗਠਿਤ ਕੀਤੀ ਆ ਉਹਨੂੰ ਅਸੀਂ ਮਨਜ਼ੂਰ ਨਹੀਂ ਕਰਦੇ ਵੀ ਅਸੀਂ ਕੋਈ ਵੀ ਫੈਸਲਾ ਇਹਨਾਂ ਕਮੇਟੀ ਦੇ ਮੈਂਬਰ ਅੱਗੇ ਨਹੀਂ ਰੱਖਾਂਗੇ। ਉਹਨਾਂ ਨੇ ਕਿਹਾ ਵੀ ਸਾਨੂੰ 2 ਮਹੀਨਿਆਂ ਦੇ ਵਿੱਚ ਜਿਹੜੀ ਪੂਰੀ ਲਿਸਟ ਚਾਹੀਦੀ ਹੈ, ਸੁਪਰੀਮ ਕੋਰਟ ਵੱਲੋਂ ਕਿਹਾ ਗਿਆ, ਪਰ ਜਿਹੜੇ ਕਿਸਾਨ ਨੇ ਉਹਨਾਂ ਨੇ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ। ਕੀ ਲੱਗਦਾ ਵੀ ਹੁਣ ਮਸਲੇ ਦਾ ਹੱਲ ਕਿਵੇਂ ਨਿਕਲੇਗਾ? ਮਸਲੇ ਦਾ ਹੱਲ ਸਿੱਧੇ ਤੌਰ ਤੇ ਮੀਟਿੰਗਾਂ ਤਾਂ ਜਾਰੀ ਨੇ ਜੀ, ਤੇ ਸੁਪਰੀਮ ਕੋਰਟ ਨੇ ਹੁਣ ਇਹ ਰੇੜਕਾ ਬਰਕਰਾਰ ਕਰਕੇ ਰੱਖਿਆ ਹੋਇਆ। ਸੁਪਰੀਮ ਕੋਰਟ ਦੇ ਵੱਲੋਂ ਇਹ ਆਖਿਆ ਗਿਆ ਕਿ 4 ਮੈਂਬਰੀ ਕਮੇਟੀ ਬਣਾਈ ਜਾਊਗੀ, 4 ਮੈਂਬਰੀ ਕਮੇਟੀ ਕੋਲੇ ਆਪਣਾ ਪੱਖ ਰੱਖੋ, ਤੇ ਇੱਕ ਭੁਪਿੰਦਰ ਸਿੰਘ ਮਾਨ ਨੇ ਅਸਤੀਫਾ ਦੇ ਦਿੱਤਾ, ਜਿਹੜੇ ਕਿ ਕਿਸਾਨ ਯੂਨੀਅਨ ਦੇ ਨਾਲ ਪਹਿਲਾਂ ਜੁੜੇ ਰਹੇ ਆ। ਤੇ ਪਰ ਉਹਨਾਂ ਦੀ ਇਹ ਗੱਲ ਵੀ ਰਹੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖੀ ਗਈ, ਉਹਦੇ 'ਚ ਆਖਿਆ ਕਿ ਕੁਝ ਕਾਨੂੰਨਾਂ 'ਚ ਸੋਧਾਂ ਕਰਕੇ ਇਹ ਅਪਲਾਈ ਕੀਤੇ ਜਾ ਸਕਦੇ, ਲਾਹੇ ਗਣਾਤੇ ਸੀ। ਤਾਂ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਕਮੇਟੀ ਦਾ ਪਹਿਲਾਂ ਹੀ ਚੱਲਣ ਤੋਂ ਪਹਿਲਾਂ, ਬਣਨ ਤੋਂ ਪਹਿਲਾਂ ਹੀ ਚਿੱਠਾ ਖੁੱਲ ਕੇ ਸਾਹਮਣੇ ਆ ਗਿਆ ਕਿ ਉਹਦੇ 'ਚ ਜਿਹੜੇ 4 ਬੰਦੇ ਸੁਪਰੀਮ ਕੋਰਟ ਦੇ ਵੱਲੋਂ ਲਾਏ ਗਏ, ਉਹਦਾ ਚਿੱਠਾ ਸਾਹਮਣੇ ਕਿਸਾਨਾਂ ਨੇ ਫੋਲ ਕੇ ਰੱਖਿਆ ਕਿ ਇਹ ਇਹਨਾਂ ਦੀਆਂ ਸਟੇਟਮੈਂਟਾਂ ਪਹਿਲਾਂ ਦੀਆਂ ਰਹੀਆਂ, ਇਹ ਇਹਨਾਂ ਨੇ ਲੇਖ ਲਿਖੇ ਹੋਏ ਆ, ਇਹ ਖੇਤੀਬਾੜੀ ਮੰਤਰੀ ਨੂੰ ਇਹਨਾਂ ਨੇ ਅਰਜ਼ੀਆਂ ਲਿਖੀਆਂ ਹੋਈਆਂ ਕਿ ਉਹ ਚਾਰੇ ਆਗੂਆਂ ਦੀਆਂ ਜਾਂ 4 ਜੋ ਮੈਂਬਰ ਲਾਏ ਗਏ ਆ ਉਹਨਾਂ ਦਾ ਚਿੱਠੇ ਦੇ ਵਿੱਚ ਉਹਨਾਂ ਨੇ ਸਪਸ਼ਟ ਆਖਿਆ ਕਿ ਇਹ ਇਹਨਾਂ ਦੀਆਂ ਸਟੇਟਮੈਂਟਾਂ ਰਹੀਆਂ ਨੇ ਖੇਤੀ ਕਾਨੂੰਨਾਂ ਦੇ ਅੰਦਰ। ਕੋਈ ਵੀ ਇੱਕ ਮੈਂਬਰ ਇਹਨਾਂ 'ਚੋਂ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕਰਦਾ। ਫਿਰ ਅਸੀਂ ਕਹਿੰਦੇ ਕਿੱਥੋਂ ਆਸ ਰੱਖ ਲਈਏ ਕਿ ਇਹ ਸਾਡੇ ਹੱਕਾਂ ਦੇ ਵਿੱਚ ਭੁਗਤੇ ਜਾਣਗੇ। ਜਿਹੜੇ ਪਹਿਲੀ ਕੇਂਦਰ ਨੂੰ ਚਿੱਠੀਆਂ ਪਾਪਾ ਕਹਿੰਦੇ ਆ ਕਿ ਇਹ ਕਾਨੂੰਨਾਂ ਦੇ ਲਾਹੇ ਬਹੁਤ ਨੇ, ਫਾਇਦੇ ਬਹੁਤ ਨੇ, ਜਾਂ ਜੇ ਫਾਇਦੇ ਵੀ ਹੈ ਨਹੀਂ ਤਾਂ ਥੋੜ੍ਹੀਆਂ ਸੋਧਾਂ ਕਰਕੇ ਅਪਲਾਈ ਹੋ ਸਕਦੇ। ਜਿਹੜੇ 4 ਬੰਦੇ ਕਹਿੰਦੇ ਪਹਿਲਾਂ ਹੀ ਇਹ ਹੱਕਾਂ ਦੇ ਵਿੱਚ ਭੁਗਤਦੇ ਆ, ਤਾਂ ਅਸੀਂ ਉਹਨਾਂ ਤੋਂ ਨਤੀਜੇ ਦੀ ਆਸ ਕਿੱਥੋਂ ਰੱਖ ਲਈਏ? ਕਿਸਾਨਾਂ ਦੇ ਮਨ ਦੇ ਅੰਦਰ ਡਰ ਇਹੀ ਸੀ। ਤੇ 4 ਦੇ ਵਿੱਚੋਂ ਜਦੋਂ ਤੀਜੀ ਇੱਕ ਵਿਕਟ ਡਿੱਗਦੀ ਹੈ, 3 ਰਹਿ ਜਾਂਦੀਆਂ, ਤਾਂ ਉਹ ਹੱਲ ਕਿਤੇ ਨਾ ਕਿਤੇ ਨਿਕਲਣਾ ਫਿਰ ਮੇਰੇ ਹਿਸਾਬ ਨਾਲ ਨਹੀਂ ਰਹਿੰਦਾ। ਤਾਂ ਹੁਣ ਮਸਲਾ ਕੀ ਹੋਊਗਾ ਕਿ ਸੁਪਰੀਮ ਕੋਰਟ ਦੇ ਅੰਦਰ ਮਸਲਾ ਲੈ ਕੇ ਜਾਇਆ ਜਾਊਗਾ, ਕਿਤੇ ਨਾ ਕਿਤੇ ਹੌਲੀ ਤਰੀਕੇ ਨਾਲ ਕੇਂਦਰ ਆਪਣੇ ਆਪ ਨੂੰ ਪੈਰ ਪਿੱਛੇ ਹਟਾਊਗੀ। ਸਾਰਾ ਮਸਲਾ ਸੁਪਰੀਮ ਕੋਰਟ ਦੇ ਉੱਤੇ ਦਿੱਤਾ ਜਾਊਗਾ ਕਿ ਸੁਪਰੀਮ ਕੋਰਟ ਨੇ ਜਿਵੇਂ ਕਰਨਾ ਹੈ ਉਵੇਂ ਹੋਊਗਾ। ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ ਨਹੀਂ ਹੋਊਗੀ। ਤੇ ਅੱਜ ਜੇਕਰ ਹੁਣ ਮੀਟਿੰਗਾਂ ਦੀ ਗੱਲ ਕਰ ਲਈ, 9ਵੇਂ ਦੌਰ ਦੀ ਮੀਟਿੰਗ ਹੁੰਦੀ ਹੈ ਤੇ ਉਹ ਵੀ ਬੇਸਿੱਟਾ ਰਹਿੰਦੀ ਹੈ, ਕਿਉਂਕਿ ਮੰਗਾਂ ਕਿਸਾਨ ਆਪਣੀਆਂ ਮੰਗਾਂ ਤੇ ਨੇ, ਕੇਂਦਰ ਆਪਣੀਆਂ ਮੰਗਾਂ ਤੇ ਹੈ। ਫੈਸਲਾ ਕੋਈ ਨਜ਼ਰ ਨਹੀਂ ਆ ਰਿਹਾ। ਹੁਣ ਮਸਲਾ ਸਾਰਾ ਸੁਪਰੀਮ ਕੋਰਟ ਦੇ ਉੱਤੇ ਆਊਗਾ। ਸੁਪਰੀਮ ਕੋਰਟ ਦੇ ਨਾਲ ਗੱਲਬਾਤ ਕਰਕੇ ਜੋ ਕਮੇਟੀ ਗਠਿਤ ਹੁੰਦੀ ਹੈ ਉਹਦਾ ਕੀ ਫੈਸਲਾ ਰਹਿੰਦਾ, ਉਹਦੇ ਉੱਤੇ ਸਾਰਾ ਇਹ ਮਸਲਾ ਟਿਕਿਆ ਹੋਇਆ। ਹੁਣ ਇੱਕ ਮੈਂ ਹੋਰ ਗੱਲ ਇੱਥੇ ਜੋੜਨੀ ਚਾਹੂੰਗਾ ਕਿ ਹੁਣ 26 ਤਰੀਕ ਦੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ 26 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਵੱਖ-ਵੱਖ ਤਿਆਰੀਆਂ ਕੀਤੀਆਂ ਗਈਆਂ ਨੇ। ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਭੁੱਲਰਹੇੜੀ, ਉੱਥੋਂ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ। ਉਹ ਤਸਵੀਰ ਇਹ ਹੈ ਕਿ ਉਹ ਪਿੰਡ ਦੇ ਨੌਜਵਾਨਾਂ ਨੇ ਇੱਕ ਲਿਸਟ ਤਿਆਰ ਕੀਤੀ ਹੈ ਕਿ ਹਰ ਘਰ ਦੇ ਵਿੱਚੋਂ ਇੱਕ ਬੰਦਾ ਸਾਨੂੰ ਚਾਹੀਦਾ। ਹਰ ਇੱਕ ਪਿੰਡ ਚੋਂ ਸਾਡੇ ਚੋਂ 100 ਟਰੈਕਟਰ ਟਰਾਲੀਆਂ ਜਾਣਗੀਆਂ। ਤਾਂ ਉਹ ਕਹਿ ਰਹੇ ਹੈ ਕਿ ਅਸੀਂ ਜੇਕਰ ਕੋਈ ਪਿੰਡ ਚੋਂ ਕਹਿੰਦੇ ਧਰਨੇ ਦੇ ਉੱਤੇ 26 ਤਰੀਕ ਨੂੰ ਨਹੀਂ ਜਾਂਦਾ ਤਾਂ ਉਤੋਂ 2100 ਰੁਪਈਆ ਅਸੀਂ ਜੁਰਮਾਨਾ ਲੈਣਾ। ਜੁਰਮਾਨਾ ਵੀ ਉਹ ਜਿਹੜਾ ਤੇਲ ਪਾਣੀ ਦਾ ਖਰਚਾ ਹੋਊਗਾ, ਜੁਰਮਾਨਾ ਨਹੀਂ ਹੋਊਗਾ, ਉਹ ਅਸੀਂ 2100 ਰੁਪਈਆ ਬੰਦੇ ਤੋਂ ਲੈਣਾ ਜੇ ਕੋਈ ਮੁੱਕਰ ਜਾਂਦਾ ਵੀ ਮੈਂ ਜਾਣਾ ਹੈ ਨਹੀਂ। ਤਾਂ ਇਸ ਤਰੀਕੇ ਨਾਲ ਸਾਡੇ ਜੋਸ਼, ਜਜ਼ਬੇ, ਜਨੂਨ ਕਾਇਮ ਰੱਖੇ ਹੋਏ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਨੌਜਵਾਨ ਹੁੱਲੜਬਾਜ਼ੀ ਕਰਨ ਚੱਲੇ ਕਿ ਅਸੀਂ ਉਹ ਆਪਣੇ ਹੱਕਾਂ ਦੇ ਲਈ ਅੱਜ ਵੀ ਆਵਾਜ਼ ਬੁਲੰਦ ਕਰਦੇ ਹਾਂ। ਹੁਣ ਪਿਛਲੇ ਦਿਨ ਦੀ ਇੱਕ ਖਬਰ ਸੀ ਕਿ ਇੱਕ ਪਰਿਵਾਰ ਦਾ ਇੱਕ ਜੀ ਚੱਲ ਜਾਂਦਾ ਧਰਨੇ ਦੇ ਉੱਤੇ, ਮੌਤ ਹੋ ਜਾਂਦੀ ਹੈ ਉਹਦੀ, ਤਾਂ ਉਹ ਪਰਿਵਾਰ ਦਾ ਇੱਕ ਜੀ ਧਰਨੇ ਦੇ ਉੱਤੇ ਫੇਰ ਆਉਂਦਾ। ਉੱਥੇ ਉਹ ਆ ਕੇ ਬਿਆਨਬਾਜ਼ੀ ਕਰਦਾ ਹੈ ਕਿ ਸਾਡੇ ਘਰ ਦੇ ਇੱਕ ਜੀ ਦੀ ਇੱਥੇ ਮੌਤ ਹੋਈ ਹੈ, ਇੱਕ ਜੀ ਉਹ ਸਾਡੇ ਘਰ ਦਾ ਦੁਬਾਰੇ ਫੇਰ ਇੱਥੇ ਆਇਆ, ਤਾਂ ਕਿ ਧਰਨੇ ਦੇ ਅੰਦਰ ਸਾਡੇ ਪਰਿਵਾਰ ਦੀ ਕਿਤੇ ਨਾ ਕਿਤੇ ਜਿਹੜੀ ਹਾਜ਼ਰੀ ਹੈ ਉਹ ਰਹਿ ਨਾ ਜਾਵੇ ਲੱਗਣੋਂ, ਕਿ ਅਸੀਂ ਹਾਜ਼ਰੀ ਲਵਾਉਣੀ ਹੈ। ਇੱਕ ਬੰਦਾ ਸਾਡਾ ਗੈਰ ਹਾਜ਼ਰ ਹੋਇਆ ਤਾਂ ਅਸੀਂ ਆਪ ਹਾਜ਼ਰ ਹੋਏ ਹਾਂ। ਕਿ ਸਾਡੇ ਹੌਸਲੇ ਦੇਖੋ, ਜਜ਼ਬੇ ਦੇਖੋ, ਜਨੂਨ ਦੇਖੋ, ਕਿ ਇਹ ਕਹਿ ਦੇਣਾ ਫਿਰ ਮੁੜ ਕੇ ਕਿ ਇਹ ਆਤੰਕਵਾਦੀ ਨੇ। 2-2 ਸਾਲ ਦੇ ਜਿਹੜੇ ਸਾਡੇ ਬੱਚੇ ਨੇ ਉਹ ਵੀ ਧਰਨਿਆਂ 'ਚ ਸ਼ਾਮਲ ਨੇ, ਉਹਨਾਂ ਨੂੰ ਵੀ ਅਸੀਂ ਖਾਲਿਸਤਾਨੀ ਜਿਹੜੇ ਨਾਮ ਕਿਤੇ ਨਾ ਕਿਤੇ ਗੋਦੀ ਮੀਡੀਆ ਜਾਂ ਕੇਂਦਰ ਸਰਕਾਰ ਕਰਾਰ ਦਿੰਦੀ ਹੈ। ਜਦੋਂ 2 ਸਾਲ ਦੇ ਬੱਚੇ ਨੂੰ ਜਿਹਨੂੰ ਬੋਲਣ ਦੀ ਸਮਝ ਨਹੀਂ, ਉਹ ਆਪਣੇ ਮਾਂ-ਬਾਪ ਨਾਲ ਧਰਨੇ ਤੇ ਆ ਕੇ ਬੈਠਦਾ, ਤਾਂ ਮੇਰੇ ਖਿਆਲ ਨਾਲ ਉਹ ਖਾਲਿਸਤਾਨੀ ਜਾਂ ਇੱਕ ਧਰਮ ਦੇ ਨਾਲ ਜੁੜਿਆ ਨਹੀਂ ਹੋ ਸਕਦਾ। ਉਹ ਆਪਣੇ ਹੱਕਾਂ ਦੇ ਲਈ, ਉਹਦਾ ਪਰਿਵਾਰ ਆਪਣੇ ਹੱਕਾਂ ਦੇ ਲਈ ਉੱਥੇ ਬੈਠੇ। ਇੱਕ ਧਰਮ ਦਾ ਨਾਮ ਦੇਣਾ, ਇੱਕ ਝੰਡੇ ਦਾ ਨਾਮ ਦੇਣਾ ਕਿਤੇ ਨਾ ਕਿਤੇ ਸਹੀ
ਸਹੀ ਨਹੀਂ ਹੈ, ਕਿਉਂਕਿ ਕੇਂਦਰ ਦੇ ਵੱਲੋਂ ਹਮੇਸ਼ਾ ਜਦੋਂ ਕੋਈ ਪਾੜ ਪਾਇਆ ਜਾਂਦਾ ਜਾਂ ਤਾਂ ਉਹਨੂੰ ਧਰਮ ਦੇ ਅੰਦਰ ਵੜਿਆ, ਭਾਜਪਾ ਦੀ ਖਾਸ ਕਰਕੇ ਗੱਲ ਕਰਾਂ ਕਿ ਉਹਨੂੰ ਆਪਣੇ ਧਰਮ ਦੇ ਉੱਤੇ ਵੰਡਿਆ ਜਾਂਦਾ, ਜਾਤੀਵਾਦ ਦੇ ਉੱਤੇ ਵੰਡਿਆ ਜਾਂਦਾ, ਸੰਘਰਸ਼ਾਂ ਨੂੰ ਬਦਨਾਮ ਹੀ ਇਸ ਤਰੀਕੇ ਨਾਲ ਕੀਤਾ ਜਾਂਦਾ। ਜੇਕਰ ਹੁਣ ਸੀਏ ਜਾਂ ਕੈਬ ਵਰਗੇ ਮਾਮਲੇ ਦੀ ਗੱਲ ਕਰ ਲਈ, ਸ਼ਾਹੀਨ ਬਾਗ ਦੀ ਗੱਲ ਕਰ ਲਈਏ, ਉਹਨੂੰ ਵੀ ਕਿਸੇ ਇੱਕ ਧਰਮ ਦੇ ਨਾਲ, ਮੁਸਲਿਮ ਧਰਮ ਦੇ ਨਾਲ ਜੋੜ ਕੇ ਟਾਰਗੇਟ ਕਰਕੇ, ਜੇ ਮੈਂ ਪਹਿਲਾਂ ਕਹਿਣਾ ਹੁੰਦਾ ਕਿ ਜੇਕਰ ਕੋਈ ਮੁਸਲਮਾਨ ਆਪਣੀ ਆਵਾਜ਼ ਬੁਲੰਦ ਕਰਦਾ ਤਾਂ ਉਹਨੂੰ ਪਾਕਿਸਤਾਨੀ ਕਹਿ ਦਿੱਤਾ ਜਾਂਦਾ, ਜੇ ਕੋਈ ਸਾਡਾ ਸਿੱਖ ਭਾਈਚਾਰੇ ਦੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਤਾਂ ਉਹਨਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ। ਕਿ ਹਰ ਧਰਮ ਦੇ ਲਈ ਜਦੋਂ ਕੋਈ ਆਵਾਜ਼ ਉਠਾਉਂਦਾ ਜਾਂ ਕੋਈ ਵੀ ਬੰਦਾ ਆਪਣੇ ਹੱਕ ਦੀ ਆਵਾਜ਼ ਉਠਾਉਂਦਾ ਤਾਂ ਉਹਨੂੰ ਪਾਕਿਸਤਾਨੀ ਜਾਂ ਖਾਲਿਸਤਾਨ ਦਾ ਕਰਾਰ ਦੇ ਦਿੱਤਾ ਜਾਂਦਾ, ਨਾਮ ਦੇ ਦਿੱਤਾ ਜਾਂਦਾ। ਤੇ ਉਹੀ ਹੋਇਆ ਕਿ ਹੁਣ ਮੈਜੋਰਿਟੀ ਸਾਡੇ ਕਿਸਾਨ ਭਾਈਚਾਰੇ ਦੀ ਹੈ ਤੇ ਉਹਨਾਂ ਨੂੰ ਵੀ ਖਾਲਿਸਤਾਨ ਦਾ ਨਾਮ, ਇਹ ਸੁਪਰੀਮ ਕੋਰਟ ਦੇ ਅੰਦਰ ਇਹ ਮਸਲਾ ਵੀ ਉਠਾਇਆ ਜਾਂਦਾ ਹੈ ਕਿ ਇਹ ਲੋਕ ਨੇ ਜਿਹੜੇ ਧਰਨਿਆਂ ਤੇ ਬੈਠੇ ਆ, ਇਹ ਇੱਕ ਧਰਮ ਦੇ ਨੇ, ਇੱਕ ਧਰਮ ਨੂੰ ਪ੍ਰਮੋਟ ਕਰ ਰਹੇ ਆ ਤੇ ਇੱਕ ਕਿਤੇ ਨਾ ਕਿਤੇ ਰੈਫਰੈਂਡਮ 2020 ਨੂੰ ਬੁਲੰਦ ਕਰਨ ਨੂੰ ਫਿਰਦੇ ਆ। ਇਹ ਐਸੀਆਂ ਗੱਲਾਂ ਕਰਦੇ ਆ ਕਿ ਇਹ ਇੱਕ ਧਰਮ ਦੀ ਗੱਲ ਕਰਦੇ ਆ, ਖਾਲਿਸਤਾਨ ਦੀ ਮੰਗ ਕਰ ਰਹੇ ਆ। ਕਿ ਜਿਹੜੇ ਲੋਕ ਆਪਣੇ ਹੱਕਾਂ ਤੇ ਲਈ ਬੈਠੇ ਆ, ਜਿਹੜੇ ਲੋਕ ਆਪਣੇ ਪਰਿਵਾਰਾਂ ਨੂੰ ਉਹ ਧਰਨਿਆਂ ਤੇ ਲਈ ਬੈਠੇ ਆ, ਇੱਕ ਵਾਰ ਉਹ ਲੀਡਰਾਂ ਨੂੰ, ਉਹ ਕਿਸਾਨ ਆਗੂਆਂ ਨੂੰ ਧਰਨੇ ਤੇ ਆ ਕੇ ਕਿਸਾਨ ਆਗੂਆਂ ਦੀ ਹਾਲਤ ਦੇਖ ਲੈਣੀ ਚਾਹੀਦੀ ਹੈ ਕਿ ਜਿਹੜੇ ਧਰਨੇ ਦੇ ਉੱਤੋਂ ਹਰ ਰੋਜ਼ 2 ਲਾਸ਼ਾਂ ਜਾਂ 2 ਅਰਥੀਆਂ ਚੱਕਣੀਆਂ ਪੈਂਦੀਆਂ ਹੋਣ, ਉਹ ਕਿਤੇ ਨਾ ਕਿਤੇ ਪਿਕਨਿਕ ਨਹੀਂ ਹੋ ਸਕਦੀ, ਉਹ ਖਾਲਿਸਤਾਨ ਦੀ ਮੰਗ ਨਹੀਂ ਹੋ ਸਕਦੀ। ਨਿੱਕੇ ਨਿੱਕੇ ਬੱਚੇ ਉੱਥੇ ਠੰਡਾਂ ਦੇ ਅੰਦਰ, ਸਰਦੀਆਂ ਦੇ ਅੰਦਰ ਆਪਣੇ ਮਾਂ-ਬਾਪ ਨਾਲ ਲੱਗ ਕੇ ਉੱਥੇ ਧਰਨਿਆਂ ਦੇ ਉੱਤੇ ਬੈਠੇ ਆ, ਉਹ ਖਾਲਿਸਤਾਨੀ ਜਾਂ ਕਿਸੇ ਆਪਣੇ ਫਾਇਦੇ ਨੂੰ ਨਹੀਂ ਬੈਠ ਸਕਦੇ। ਤਾਂ ਕਿਉਂਕਿ ਪਿਛਲੇ ਦਿਨਾਂ ਦੀ ਭਾਜਪਾ ਦੇ ਆਗੂਆਂ ਦੀ ਐਸੀ ਬਿਆਨਬਾਜ਼ੀ ਰਹੀ, ਭਾਜਪਾ ਦਾ ਆਗੂ ਇੱਕ ਕਹਿੰਦਾ ਕਿ ਜਿਹੜੇ ਇਹ ਲੀਡਰ ਨੇ, ਇਹ ਕਿਸਾਨ ਆਗੂ ਨੇ 5 ਸਟਾਰ ਹੋਟਲਾਂ 'ਚ ਰਹਿੰਦੇ। ਫਿਰ ਦੂਸਰੇ ਆਗੂ ਦਾ ਬਿਆਨ ਆਉਂਦਾ ਹੈ ਕਿ ਇਹ ਚਿਕਨ ਬਿਰਿਆਨੀ ਤੇ ਡਰਾਈ ਫਰੂਟਸ ਦਾ ਸਵਾਦ ਲੈ ਰਹੇ ਆ। ਫਿਰ ਇੱਕ ਦਾ ਬਿਆਨ ਆਉਂਦਾ ਹੈ, ਕਹਿੰਦਾ ਇਹ ਬਰਡ ਫਲੂ ਫੈਲਾਉਣਾ ਚਾਹੁੰਦੇ ਆ ਇਹ ਲੋਕ, ਤਾਂ ਕਰਕੇ ਧਰਨਿਆਂ ਦੇ ਉੱਤੇ ਬੈਠੇ ਆ ਕਿ ਦੇਸ਼ ਦੇ ਅੰਦਰ ਐਸਾ ਸੰਕਟ ਪੈਦਾ ਕਰਨਾ ਚਾਹੁੰਦੇ ਆ। ਇੱਕ ਸੁਪਰੀਮ ਕੋਰਟ ਦੇ ਅੰਦਰ ਬਿਆਨਬਾਜ਼ੀ ਹੁੰਦੀ ਹੈ ਕਿ ਖਾਲਿਸਤਾਨੀ ਨੇ ਇੱਕ ਧਰਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਕਿ ਐਸੀਆਂ ਟਿੱਪਣੀਆਂ, ਐਸੀਆਂ ਬਿਆਨਬਾਜ਼ੀਆਂ ਪਤਾ ਨਹੀਂ ਕਿਉਂ ਇਹਨਾਂ ਨੂੰ, ਮੇਰੇ ਖਿਆਲ ਨਾਲ ਆਪਣੀ ਜ਼ਮੀਰ ਇਹਨਾਂ ਨੂੰ ਕਿਵੇਂ ਇਜਾਜ਼ਤ ਦੇ ਦਿੰਦੀ ਹੈ ਕਿ ਕੋਈ ਆਪਣੇ ਹੱਕ ਲਈ ਬੈਠਾ ਤੇ ਭਾਜਪਾ ਦੇ ਆਗੂ ਚੱਕ ਕੇ ਟਿੱਪਣੀ ਕਰ ਦਿੰਦੇ ਆ। ਤੇ ਹੁਣ ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹਰਿਆਣਾ ਦੇ ਅੰਦਰ, ਹਰਿਆਣਾ ਦੇ 60 ਪਿੰਡਾਂ ਦੇ ਅੰਦਰ ਜੇਜੇਪੀ ਤੇ ਬੀਜੇਪੀ ਦੇ ਬਾਈਕਾਟ ਦਾ ਐਲਾਨ ਹੋ ਚੁੱਕਿਆ। ਤੇ ਜੇਜੇਪੀ ਵਾਲੇ ਕਹਿੰਦੇ ਉਹ ਨਰਿੰਦਰ ਮੋਦੀ ਨੂੰ ਮਿਲਦੇ ਆ। ਮੇਰੇ ਖਿਆਲ ਨਾਲ ਉਮੀਦ ਹੈ ਕਿ ਉਹਨਾਂ ਨੇ ਜੇਜੇਪੀ ਨੇ ਤਸਵੀਰ ਦਿਖਾਈ ਹੋਊ ਕਿ ਸਾਡਾ 60 ਪਿੰਡਾਂ ਦੇ ਅੰਦਰ ਬਾਈਕਾਟ ਹੋਇਆ, ਕਿ ਤੁਹਾਡੇ ਨਾਲ ਰਹਿ ਕੇ ਸਾਡਾ ਵੀ ਅਕਸ਼ ਵਿਗੜਦਾ ਜਾ ਰਿਹਾ, ਸਾਡੀ ਪਾਰਟੀ ਦਾ ਵੀ। ਤੇ ਫਿਰ ਬੀਜੇਪੀ ਦੇ ਵੱਲੋਂ ਇਹ ਐਲਾਨ ਹੋ ਜਾਂਦਾ ਹੈ ਕਿ ਅਸੀਂ ਕੋਈ ਵੀ ਸਮਾਗਮ ਭਾਜਪਾ ਦਾ ਉਹ ਹਰਿਆਣੇ ਦੇ ਅੰਦਰ ਨਹੀਂ ਕਰਾਂਗੇ ਜਿੰਨਾ ਟਾਈਮ ਕਿਸਾਨੀ ਸੰਘਰਸ਼ ਚੱਲਦੇ। ਕਿਉਂਕਿ ਪਿਛਲੇ ਦਿਨੀ ਸਾਡੇ ਮੰਤਰੀ ਦਾ ਕਹਿੰਦੇ ਵਿਰੋਧ ਹੋ ਕੇ ਹਟਿਆ ਮਨੋਹਰ ਲਾਲ ਖੱਟਰ ਦਾ। ਹੁਣ ਇੱਥੇ ਇਹ ਵੀ ਟਿੱਪਣੀ ਕਰਨੀ ਬਣਦੀ ਹੈ ਕਿ ਮਨੋਹਰ ਲਾਲ ਖੱਟਰ ਜਿਹੜੇ ਕਹਿੰਦੇ ਸੀ ਕਿ ਕਿਸਾਨ ਜਿਹੜੇ ਇਕੱਲੇ ਪੰਜਾਬ ਦੇ ਨੇ, ਉਹਨਾਂ ਦਾ ਵਿਰੋਧ ਹਰਿਆਣੇ ਦੇ ਅੰਦਰ ਪੰਜਾਬ ਵਾਲਿਆਂ ਨੇ ਆ ਕੇ ਕਿਵੇਂ ਕਰਤਾ। ਫਿਰ ਉੱਥੇ ਪਰਚੇ ਹੋ ਜਾਂਦੇ ਆ ਕਿਸਾਨਾਂ ਦੇ ਉੱਤੇ। ਤਾਂ ਇਹ ਟਿੱਪਣੀ ਉਹਨਾਂ ਤੇ ਜ਼ਰੂਰ ਕਰਨੀ ਲਾਜ਼ਮੀ ਤੌਰ ਤੇ ਬਣਦੀ ਹੈ ਕਿ ਹੁਣ ਉਹ ਹਰਿਆਣੇ ਵਾਲੇ ਨੇ ਤੁਹਾਡਾ ਵਿਰੋਧ ਕੀਤਾ, ਹਰਿਆਣੇ ਵਾਲੇ ਨੂੰ ਮੁੱਖ ਰੱਖ ਕੇ ਤੁਸੀਂ ਪਾਰਟੀ ਦੇ ਸਾਰੇ ਪ੍ਰੋਗਰਾਮ ਸੀ ਉਹ ਰੱਦ ਕੀਤੇ। ਤਾਂ ਹੁਣ ਦੋਗਲੀ ਰਾਜਨੀਤੀ ਨਾ ਕੀਤੀ ਜਾਵੇ। ਇਹ ਹੁਣ ਕਿਉਂਕਿ ਜੇਕਰ ਗੁਰਨਾਮ ਚੜੂਣੀ ਦਾ ਬਿਆਨ ਦੇਖ ਲਈਏ, ਉਹ ਕਹਿੰਦੇ ਹੈ ਕਿ ਅਸੀਂ, ਸਾਡਾ ਮਕਸਦ ਇੱਕੋ ਸੀ, ਇਹ ਧਰਨੇ ਜੋ ਅਸੀਂ ਪਿੰਡ ਕੈਮਲਾ 'ਚ ਵਿਰੋਧ ਪ੍ਰਦਰਸ਼ਨ ਕੀਤਾ ਕਿ ਅਸੀਂ ਇਹ ਆਵਾਜ਼ ਬੁਲੰਦ ਕਰ ਸਕੀਏ ਕਿ ਇਕੱਲਾ ਪੰਜਾਬ ਨਹੀਂ, ਹਰਿਆਣੇ ਦੇ ਅੰਦਰ ਵੀ ਕਿਸਾਨ ਵਿਰੋਧ ਕਰ ਰਹੇ ਕਾਲੇ ਕਾਨੂੰਨਾਂ ਦਾ। ਕਿਉਂਕਿ ਖੱਟਰ ਸਰਕਾਰ ਦਾ ਬਿਆਨ ਸੀ ਕਿ ਇਹ ਵਿਰੋਧ ਇਕੱਲਾ ਪੰਜਾਬ ਤੋਂ ਹੋ ਰਿਹਾ, ਸਾਡੇ ਹਰਿਆਣੇ ਵਾਲੇ ਤਾਂ ਬੜੇ ਸਿਆਣੇ ਨੇ, ਉਹ ਇੱਥੇ ਕਿਸਾਨ ਇੱਥੇ ਧਰਨੇ ਤੇ ਬੈਠੇ, ਕੋਈ ਦਿੱਲੀ ਧਰਨੇ ਤੇ ਬੈਠੇ ਹੀ ਹੈ ਨਹੀਂ। ਤਾਂ ਉਹ ਗੁਰਨਾਮ ਚੜੂਣੀ ਦਾ ਬਿਆਨ ਇਹ ਹਾਮੀ ਭਰਦਾ ਸੀ। ਉਹ ਕਹਿੰਦੇ ਕਿ ਅਸੀਂ ਹਮਲੇ ਕਰਵਾਏ, ਜੋ ਸੰਘਰਸ਼ ਦੇ ਅੰਦਰ ਇਹਨਾਂ ਨੇ ਬਦਨਾਮ ਕਰਨ ਦੀ ਸਾਨੂੰ ਕੋਸ਼ਿਸ਼ ਕੀਤੀ, ਉਹ ਕਰਾਰੀ ਚਪੇੜ ਅਸੀਂ ਜਵਾਬ ਖੱਟਰ ਸਰਕਾਰ ਨੂੰ ਦਿੱਤਾ ਕਿ ਹਰਿਆਣੇ ਵਾਲੇ ਵੀ ਡੰਡਾ ਕਾਇਮ ਕਰੀ ਬੈਠੇ ਹੈ ਕਿ ਵਿਰੋਧ ਤੁਹਾਡਾ ਵੀ ਹੋਊਗਾ, ਜਿਵੇਂ ਪੰਜਾਬ ਦੇ ਅੰਦਰ ਭਾਜਪਾ ਦੇ ਆਗੂਆਂ ਦਾ ਹੁੰਦਾ ਉਵੇਂ ਖੱਟਰ ਸਰਕਾਰ ਚਾਹੇ ਰਾਜ ਕਰ ਰਹੀ ਹੈ, ਪਰ ਫਿਰ ਵੀ ਸੂਬੇ ਦੇ ਅੰਦਰ ਸਾਡਾ ਵਿਰੋਧ ਹੈ ਜਿਹੜਾ ਲਾਜ਼ਮੀ ਤੌਰ ਤੇ ਜਾਰੀ ਰਹੂਗਾ। ਤਾਂ ਇੱਕ ਖੱਟਰ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਵੀ ਰਹੀ ਹੈ। ਪਰ ਜੇ ਸਮਝਦਾਰ ਹੋਣ ਤਾਂ ਸਮਝ ਲੈਣਗੇ ਕਿ ਅਸੀਂ ਇਹ ਕਾਨੂੰਨਾਂ ਨੂੰ ਕਿਤੇ ਨਾ ਕਿਤੇ ਰੱਦ ਕਰ ਦਈਏ ਜਾਂ ਵਾਪਸ ਲੈ ਲਈਏ, ਫੇਰ ਹੀ, ਕਿਉਂਕਿ ਉਖਲੀ 'ਚ ਸਿਰ ਦਿੱਤਾ ਤੇ ਹੁਣ ਉਹਨਾਂ ਨੂੰ ਡਰ ਹੀ ਡਰ ਹੈ। ਤੇ ਹੁਣ ਕਿਵੇਂ ਉਹ ਆਪਣੀ ਜਾਨ ਛਡਾਉਂਦੇ ਆਉਣ ਵਾਲੇ ਸਮੇਂ 'ਚ ਹੀ ਨਾ ਜੀ ਦੇਖਣਾ। ਜੀ, ਜਿਹੜਾ 2100 ਦੀ ਤੁਸੀਂ ਗੱਲ ਕੀਤੀ ਵੀ ਕਿਸਾਨਾਂ ਵੱਲੋਂ 2100 ਦਾ ਜਿਹੜਾ ਜੁਰਮਾਨਾ ਲਗਾਇਆ ਗਿਆ, ਇਸ ਨੂੰ ਲੈ ਕੇ ਨਾ ਇਸ ਨੂੰ ਗਲਤ ਤਰੀਕੇ ਨਾਲ ਵੀ ਕਈ ਮਤਲਬ ਕਿ ਮੀਡੀਆ ਦੇ ਵੱਲੋਂ ਇਸ ਨੂੰ, ਜਿਹੜੇ ਆਪਾਂ ਗੋਦੀ ਮੀਡੀਆ ਕਹਿ ਸਕਦੇ ਹਾਂ, ਵੀ ਉਛਾਲਿਆ ਗਿਆ। ਉਹਨਾਂ ਨੇ ਕਿਹਾ ਵੀ ਦੇਖੋ ਵੀ ਧੱਕੇ ਨਾਲ ਜਿਹੜਾ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਲਿਜਾਇਆ ਜਾ ਰਿਹਾ, ਵੀ ਜਿਹੜਾ ਨਹੀਂ ਜਾ ਰਿਹਾ ਉਹਨਾਂ ਨੂੰ ਜਿਹੜਾ ਕਿਸਾਨ ਵੱਲੋਂ ਜੁਰਮਾਨਾ ਲਗਾਇਆ ਜਾ ਰਿਹਾ, ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਇਸ ਦਾ ਜਵਾਬ ਦਿੱਤਾ ਵੀ ਇਹ ਕੋਈ ਜੁਰਮਾਨਾ ਨਹੀਂ ਹੈਗਾ, ਇਹ ਤੇ ਇੱਕ ਹਾਜ਼ਰੀ ਹੈ ਵੀ ਜੇ ਮਤਲਬ ਕਿ ਬੰਦੇ ਦੀ ਮਜਬੂਰੀ ਹੈ, ਉਹ ਨਹੀਂ ਇਸ ਧਰਨੇ ਦੇ ਵਿੱਚ ਆ ਸਕਦਾ, ਤਾਂ ਜਿਹੜੇ ਉਹ ਪੈਸੇ ਦੇਣਗੇ ਉਹਦਾ ਤੇਲ ਜਾਂ ਫਿਰ ਉੱਥੇ ਰਾਸ਼ਨ ਲਗਾਇਆ ਜਾਊਗਾ। ਬਿਲਕੁਲ 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 ਬਿਲਕੁਲ।
ਮੈਂ ਪਹਿਲਾਂ ਜਿਵੇਂ ਭੁੱਲਰ ਹੇੜੀ ਪਿੰਡ ਸੰਗਰੂਰ ਦੀ ਗੱਲ ਕੀਤੀ ਤਾਂ ਉੱਥੇ ਵੀ ਇਹੀ ਮਿਸਾਲ ਹੈ ਜੀ ਕਿ ਉਹਨਾਂ ਨੇ ਆਖਿਆ ਕਿ ਜੇਕਰ ਕੋਈ ਨਾਮ ਲਿਖਵਾ ਕੇ ਮੁੜ ਕੇ ਕਹਿ ਦਿੰਦਾ ਮੇਰਾ ਕੋਈ ਵਿਆਹ ਹੈ, ਮੈਂ ਕਿਤੇ ਜਾਣਾ ਹੈ, ਤਾਂ ਉਹਦਾ 2100 ਰੁਪਈਆ ਅਸੀਂ ਇੱਕ ਬੰਦੇ ਨੂੰ ਲਾਇਆ ਹੈ। ਤਾਂ ਉਹਦੇ ਨਾਲ ਕੀ ਹੈ ਕਿ ਜਿਹੜਾ ਕੋਈ ਸਾਡਾ ਖਰਚਾ ਪਾਣੀ, ਕੋਈ ਖਾਣ ਪੀਣ, ਕੋਈ ਟਰੈਕਟਰ ਦਾ ਟਰੈਕਟਰ 'ਚ ਤੇਲ ਪਾਣੀ ਪਾਉਣਾ, ਅਸੀਂ ਉਹ ਖਰਚ ਦੇ ਤੌਰ ਤੇ ਇੱਕ ਹਿਸਾਬ ਬਣਾ ਕੇ ਉਹ ਰੱਖਾਂਗੇ। ਇਹਦੇ ਨਾਲ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਜੁਰਮਾਨਾ ਲਾ ਰਹੇ ਹਾਂ ਜਾਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਾਓ ਜਿਹੜੇ ਨੇ ਹਾਮੀ ਭਰੀ ਹੈ, ਜੇਕਰ ਉਹ ਨਹੀਂ ਜਾਂਦਾ ਤਾਂ ਉਹ ਆਪਣੀ ਜਗ੍ਹਾ ਤੇ 2100 ਰੁਪਈਆ ਰੱਖ ਸਕਦਾ ਹੈ, 2100 ਰੁਪਈਆ ਸਾਨੂੰ ਦੇ ਸਕਦਾ ਹੈ ਕਿ ਉਹ ਇੱਕ ਤਰੀਕੇ ਨਾਲ ਉਹਨਾਂ ਤੋਂ ਸੇਵਾ ਲਈ ਜਾਊਗੀ ਕਿ ਜੇ ਕੋਈ ਜਾਣ ਦਾ ਇੱਛੁਕ ਹੈ ਪਰ ਨਹੀਂ ਜਾ ਪਾ ਰਿਹਾ ਤਾਂ 2100 ਰੁਪਈਆ ਦੇ ਕੇ ਅਸੀਂ ਆਪਣਾ ਤੇਲ ਪਾਣੀ, ਅਸੀਂ ਆਪਣੇ ਖਰਚੇ ਜੋਗਾ ਉੱਥੋਂ ਕੱਢ ਸਕੀਏ। ਤਾਂ ਕਿਉਂਕਿ ਇਹ ਕਿਸੇ ਉੱਤੇ ਥੋਪਿਆ ਨਹੀਂ ਜਾ ਸਕਦਾ, ਜਿਵੇਂ ਤੁਸੀਂ ਆਖਿਆ ਕਿ ਇਹ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਸਾਡੀ ਆਪਸ ਦੇ ਵਿੱਚ ਭਾਈਚਾਰਕ ਸਾਂਝ ਤੇ ਅਪਣੱਤ ਹੈ। ਹੁਣ ਪਿੰਡਾਂ ਦੇ ਅੰਦਰ ਇਹ ਮਿਸਾਲ ਹੁੰਦੀ ਹੈ ਕਿ ਜੇਕਰ ਕੋਈ ਪਰਿਵਾਰ, ਗਰੀਬ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਜਾਂ ਕੋਈ ਨੁਕਸਾਨ ਹੋ ਜਾਂਦਾ ਤਾਂ ਪਿੰਡ ਦੇ ਵਿੱਚ ਪੈਸੇ ਇਕੱਠੇ ਕਰ ਲਏ ਜਾਂਦੇ ਆ। ਤਾਂ ਉਹ ਸਾਡੀ ਆਪਣੀ ਭਾਈਚਾਰਕ ਸਾਂਝ ਹੁੰਦੀ ਹੈ ਪਿੰਡਾਂ ਦੇ ਅੰਦਰ। ਜੇ ਕੋਈ ਅਸੀਂ ਗੁਰਦੁਆਰੇ ਕੁਝ ਕਰਾਉਣਾ ਹੋਵੇ, ਅਖੰਡ ਪਾਠ ਸਾਹਿਬ ਜਾਂ ਹੋਰ ਪ੍ਰੋਗਰਾਮ, ਜਾਂ ਕੋਈ ਕਿਸੇ ਗਰੀਬ ਧੀ ਦਾ ਵਿਆਹ ਕਰਨਾ ਹੋਵੇ ਤਾਂ ਉਹਦੇ 'ਚ ਵੀ ਪਿੰਡਾਂ 'ਚ ਪੈਸੇ ਇਕੱਠੇ ਕਰ ਲਏ ਜਾਂਦੇ ਆ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਉਦੋਂ ਅਸੀਂ ਅਪਣੱਤ ਦੇ ਤੌਰ ਤੇ, ਭਾਈਚਾਰਕ ਸਾਂਝ ਦੇ ਤੌਰ ਤੇ ਇਕੱਠੇ ਹੁੰਦੇ ਆ ਤੇ ਇੱਕ ਦੂਜੇ ਦੀ ਮਦਦ ਵੀ ਕਰਦੇ ਆ। ਉਹ ਮਦਦ ਦੇ ਤੌਰ ਤੇ 2100 ਰੁਪਈਆ ਰੱਖਿਆ ਗਿਆ। ਜਿਹੜੀਆਂ ਇਹ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਇਹ ਕਿਤੇ ਨਾ ਕਿਤੇ ਗਲਤ ਨੇ ਕਿ ਸਾਡੇ ਸੰਘਰਸ਼ ਨੂੰ ਕਿਸੇ ਤਰੀਕੇ ਨਾਲ ਢਾਹ ਲਾਈ ਜਾ ਸਕੇ। ਇਹ ਕਹਿ ਸਕੀਏ ਕਿ ਇਹ ਲੋਕ ਪੈਸੇ ਖਾਂਦੇ ਆ, ਪੈਸੇ ਲੈ ਕੇ ਲੋਕਾਂ ਨੂੰ ਧਰਨਿਆਂ 'ਚ ਲੈ ਕੇ ਆਉਂਦੇ ਆ। ਜਿਵੇਂ ਇਹੀ ਬਿਆਨ ਦੇ ਨਾਲ ਇੱਕ ਹੋਰ ਬਿਆਨ ਜੋੜਨਾ ਚਾਹੂੰਗਾ ਕਿ ਬੀਜੇਪੀ ਦੇ ਆਗੂ ਦਾ ਇੱਕ ਦਾ ਹੋਰ ਬਿਆਨ ਆਉਂਦਾ ਹੈ ਕਿ ਜਿਹੜੇ ਲੋਕ ਇਸ ਧਰਨਿਆਂ ਦੇ ਉੱਤੇ ਬੈਠੇ ਆ ਇਹ ਸਾਰੇ ਖਰੀਦੇ ਹੋਏ ਆ, ਇਹ ਲੋਕਾਂ ਨੂੰ ਧਰਨਿਆਂ 'ਚ ਪੈਸੇ ਲੈ ਕੇ ਆ ਰਹੇ ਆ। ਹੇਮਾ ਮਾਲਿਨੀ ਦਾ ਵੀ ਬਿਆਨ ਇਹੀ ਆਉਂਦਾ ਹੈ, ਇਹਦੇ ਨਾਲ ਹੀ ਜੁੜਿਆ ਹੋਇਆ। ਹੇਮਾ ਮਾਲਿਨੀ ਕਹਿੰਦੀ ਹੈ ਕਿ ਇਹ ਜੋ ਲੋਕ ਧਰਨੇ ਤੇ ਬੈਠੇ ਇਹਨਾਂ ਨੂੰ ਪਤਾ ਹੀ ਹੈ ਨਹੀਂ, ਇਹ ਕਿਸੇ ਦੇ ਕਹਿਣ ਦੇ ਉੱਤੇ ਧਰਨੇ ਦੇ ਉੱਤੇ ਆਏ। ਤਾਂ ਉਹਨਾਂ ਨੂੰ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਕਿ 50 ਲੱਖ ਬੰਦਾ ਜਾਂ 1 ਕਰੋੜ ਬੰਦਾ ਕਿਸੇ ਦੇ ਕਹਿਣ ਤੇ ਨਹੀਂ ਆਊਗਾ। 1 ਕਰੋੜ ਬੰਦਾ ਪੈਸੇ ਦੇ ਤੌਰ ਤੇ ਖਰੀਦ ਕੇ 1 ਦਿਨ ਬਿਠਾ ਲਾਂਗੇ, 2 ਦਿਨ ਬਿਠਾ ਲਾਂਗੇ, ਕੋਈ 50 ਦਿਨ ਨਹੀਂ ਬੈਠੂਗਾ। ਤਾਂ ਉਹ ਪੰਜਾਬ ਦਾ ਖਾ ਕੇ ਹਰਾਮ ਨਾ ਕਰੀਏ, ਪੰਜਾਬ ਦੇ ਨਾਲ ਜੁੜੇ ਹੋਏ ਆ, ਪੰਜਾਬੀਅਤ ਦੀ ਗੱਲ ਕਰੀਏ। ਸਨੀ ਦਿਓਲ ਹੋਵੇ, ਸੁਰਜੀਤ ਜਾਣੀ ਹੋਵੇ, ਹਰਜੀਤ ਗਰੇਵਾਲ ਹੋਵੇ, ਤਾਂ ਪੰਜਾਬ ਦੇ ਨਾਲ ਜੁੜੇ ਹੋਏ ਆ। ਇਹਨਾਂ ਨੂੰ ਪੰਜਾਬੀਅਤ ਦੀ ਸੋਚਣੀ ਚਾਹੀਦੀ ਹੈ। ਜਿਹੜੀਆਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ, ਜਿਵੇਂ ਤੁਸੀਂ ਆਖਿਆ ਕਿ 2100 ਰੁਪਏ ਵਾਲੀ ਗੱਲ, ਤਾਂ ਉਹ ਵੀ ਕਿਤੇ ਨਾ ਕਿਤੇ ਸਹੀ ਨਹੀਂ। ਸਾਡੀ ਆਪਣੀ ਭਾਈਚਾਰਕ ਸਾਂਝ ਹੈ, ਆਪਣੀ ਪਿੰਡਾਂ ਦੇ ਅੰਦਰ ਅਪਣੱਤ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ, ਕਿਉਂਕਿ ਪਿੰਡਾਂ ਦੇ ਵਿੱਚੋਂ ਲਗਾਤਾਰ ਟਰਾਲੀਆਂ ਜਾ ਰਹੀਆਂ ਨੇ, ਟਰਾਲੀਆਂ ਆ ਰਹੀਆਂ ਨੇ। ਜੇਕਰ ਇੱਕ ਜਾਣਾ ਜਾਂਦਾ ਉਹ ਧਰਨੇ ਦੇ ਅੰਦਰ ਤਾਂ 2 ਵਾਪਸ ਵੀ ਆਉਂਦੇ, 2 ਵਾਪਸ ਆਉਂਦੇ ਤਾਂ 1 ਜਾਂਦਾ ਵੀ ਹੈਗਾ ਕਿ ਅਸੀਂ ਹਾਜ਼ਰੀ ਉਸ ਹਿਸਾਬ ਨਾਲ ਲਗਵਾਈ ਜਾ ਰਹੇ ਹਾਂ। ਮਸਲਾ ਇੱਕੋ ਹੀ ਹੈ, ਸਾਡਾ ਨਤੀਜਾ ਇੱਕੋ ਹੀ ਹੈ ਕਿ ਸਾਨੂੰ ਇਹ ਕਾਲੇ ਕਾਨੂੰਨ ਅਸੀਂ ਵਾਪਸ ਕਰਵਾਉਣੇ ਆ। ਕਿਵੇਂ ਕਰਵਾਉਣੇ, ਕਿਵੇਂ ਧੌਣ 'ਚੋਂ ਸਰੀਆ ਕੱਢਣਾ, ਉਹ ਕਿਸਾਨ ਆਗੂਆਂ ਦੇ ਵੱਲੋਂ ਪੂਰਾ ਪਲਾਨ ਬਣਾ ਕੇ ਰੱਖਿਆ ਜਾਂਦਾ ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਹੁਣ ਤੱਕ ਜਾਰੀ ਹੈ ਜੀ। ਪਰਵੇਜ਼ ਜੀ, ਜਿਹੜੇ ਬਿਆਨਬਾਜ਼ੀ ਦਿੰਦੇ ਨੇ, ਚਾਹੇ ਕੋਈ ਅਦਾਕਾਰ ਹੋਵੇ ਜਾਂ ਕੋਈ ਵੀ ਹੋਵੇ, ਉਹ ਬਿਆਨਬਾਜ਼ੀ ਤਾਂ ਦੇ ਦਿੰਦੇ ਨੇ ਵੀ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਤਾਂ ਪੈਸੇ ਦੇ ਕੇ ਬਿਠਾਇਆ ਜਾਂਦਾ। ਠੀਕ ਹੈ, ਚਲੋ ਉਹ ਕਹਿੰਦੇ ਨੇ ਵੀ ਕਿਸਾਨਾਂ ਨੂੰ ਪੈਸੇ ਦੇ ਕੇ ਬਿਠਾਇਆ ਜਾਂਦਾ। ਕਿਸਾਨ ਉਹਨਾਂ ਨੂੰ ਪੈਸੇ ਦੇਣ ਨੂੰ ਤਿਆਰ ਨੇ, ਉਹ ਵੀ ਆਪਣਾ ਪਰਿਵਾਰ ਛੱਡ ਕੇ ਬੈਠਣ ਇਹਨਾਂ ਧਰਨਿਆਂ 'ਚ। ਕਿਸਾਨ ਕਹਿੰਦੇ ਨੇ ਵੀ ਅਸੀਂ ਪੈਸੇ ਦੇ ਦਾਂਗੇ, ਠੀਕ ਹੈ। ਜਿਵੇਂ ਹੁਣ ਮਾਤਾ ਮਹਿੰਦਰ ਕੌਰ ਦਾ ਵੀ ਮੁੱਦਾ ਕਾਫੀ ਚੱਲਿਆ ਸੀ, ਜੋ ਕੰਗਣਾ ਰਣੌਤ ਵੱਲੋਂ ਉਸ ਤੇ ਬਿਆਨ ਦਿੱਤਾ ਗਿਆ ਸੀ, ਤਾਂ ਉੱਥੇ ਮਾਤਾ ਨੇ ਵੀ ਇਹੀ ਕਿਹਾ ਸੀ ਵੀ ਅਸੀਂ ਉਹਨੂੰ ਪੈਸੇ ਦੇਣ ਨੂੰ ਤਿਆਰ ਆ, ਵੀ ਖੁਦ ਆ ਕੇ ਬੈਠੇ। ਬਿਆਨਬਾਜ਼ੀ ਦੇਣੀ ਬਹੁਤ ਸੌਖੀ ਹੈ, ਘਰ ਬੈਠ ਕੇ ਹਰ ਕੋਈ ਬਿਆਨਬਾਜ਼ੀ ਦੇ ਦਿੰਦਾ, ਪਰ ਗੱਲ ਤੇ ਇਹ ਹੈ ਵੀ ਹਾਂ ਠੀਕ ਹੈ, ਜੇ ਉਹ ਪੈਸੇ ਦੇ ਕੇ ਬੈਠੇ ਨੇ ਤਾਂ ਠੀਕ ਹੈ, ਕਿਸਾਨ ਤੁਹਾਨੂੰ ਦੇਣ ਨੂੰ ਤਿਆਰ ਨਹੀਂ, ਤੁਸੀਂ ਬੈਠੋ ਧਰਨਿਆਂ 'ਚ ਆ ਕੇ। ਬਿਲਕੁਲ, ਜਿਵੇਂ ਤੁਸੀਂ ਇਹ ਗੱਲਬਾਤ ਆਖੀ ਕਿ ਬਿਆਨਬਾਜ਼ੀ ਕਰਨੀ ਬਹੁਤ ਸੌਖੀ ਹੈ। ਮੈਂ ਪਿਛਲੇ ਦਿਨ ਇੱਕ ਖਬਰ ਅਸੀਂ ਦਿਖਾਈ ਸੀ ਦਰਸ਼ਕਾਂ ਨੂੰ ਕਿ ਬੀਜੇਪੀ ਦੇ ਆਗੂ ਦਾ ਬਿਆਨ ਆਉਂਦਾ ਹੈ ਕਿ ਇਹ ਲੋਕ ਜਿਹੜੇ ਧਰਨੇ ਦੇ ਉੱਤੇ ਬੈਠੇ ਆ, ਡਰਾਈ ਫਰੂਟਸ, ਮਦਨ ਦਿਲਾਵਰ ਦਾ ਬਿਆਨ ਸੀ ਇਹ, ਕਿ ਜਿਹੜੇ ਲੋਕ ਧਰਨੇ ਦੇ ਉੱਤੇ ਬੈਠੇ ਆ ਇਹ ਲੋਕ ਡਰਾਈ ਫਰੂਟਸ ਤੇ ਕਹਿੰਦੇ ਚਿਕਨ ਬਿਰਿਆਨੀ ਦਾ ਸਵਾਦ ਲੈ ਰਹੇ ਆ ਕਿਤੇ ਨਾ ਕਿਤੇ ਬੈਠੇ। ਮੈਂ ਉਦੋਂ ਉਹੀ ਖਬਰ ਦੇ ਉੱਤੇ ਟਿੱਪਣੀ ਕੀਤੀ ਸੀ। ਟਿੱਪਣੀ ਉਹ ਇਹੀ ਗੱਲ ਨਾਲ ਜੋੜਨੀ ਚਾਹੂੰਗਾ ਬਿਆਨਬਾਜ਼ੀ ਨਾਲ ਕਿ ਟਿੱਪਣੀ ਤੁਸੀਂ ਕਰ ਦਿੰਦੇ ਹੋ। ਚਿਕਨ ਬਿਰਿਆਨੀ ਦਾ ਸਵਾਦ ਉਹ ਲੀਡਰ ਨੂੰ ਵੀ, ਭਾਜਪਾ ਦੇ ਨੂੰ ਆ ਕੇ ਦੇਖ ਲੈਣਾ ਚਾਹੀਦਾ ਧਰਨੇ ਦੇ ਉੱਤੇ, ਆਪਣੇ ਪਰਿਵਾਰ ਸਮੇਤ ਆਵੇ ਤੇ ਨਾਲੇ ਜਿਹੜੇ ਆਪਣੇ ਸਾਕ ਸੰਬੰਧੀ ਲੀਡਰ ਨੇ ਉਹਨਾਂ ਨੂੰ ਲੈ ਆਵੇ ਕਿ ਉਹਨਾਂ ਨੂੰ ਉਹ ਉੱਥੇ ਆ ਕੇ ਉਹ ਮਿੱਠਾ, ਜੇ ਡਰਾਈ ਫਰੂਟਸ ਨੇ ਉਹਨਾਂ ਦਾ ਮਿੱਠਾ ਚੈੱਕ ਕਰ ਲੈਣ, ਜਿਹੜੀ ਚਿਕਨ ਬਿਰਿਆਨੀ ਬਣਾਉਂਦੇ ਆ ਕਿਸਾਨ ਤੇ ਉਹਨਾਂ ਦਾ ਆ ਕੇ ਨੂਣ ਪਾਣੀ ਚੈੱਕ ਕਰ ਲੈਣ, ਕਿਉਂਕਿ ਕਿਸਾਨ ਬੜੇ ਤੱਤੇ ਬੈਠੇ ਆ। ਕਿਸਾਨ ਕਹਿੰਦੇ ਆ ਕਿ ਅਸੀਂ ਸੇਵਾ ਕਰਨੀ ਹੈ, ਕਿਉਂਕਿ ਜਿਹੜਾ ਸਾਡੇ ਧਰਨੇ ਦੇ ਅੰਦਰ ਬੀਜੇਪੀ ਦਾ ਆ ਜੇ, ਚਾਹੇ ਅਕਾਲੀ ਦਲ ਦਾ ਆ ਜੇ, ਚਾਹੇ ਕਾਂਗਰਸੀ ਆ ਜੇ, ਅਸੀਂ ਉਹਦੀ ਸੇਵਾ ਕਰਨੀ ਹੈ, ਠੋਕਵੀਂ ਕਰਨੀ ਹੈ। ਤੇ ਇਹ ਬੀਜੇਪੀ ਵਾਲੇ ਨੂੰ ਉੱਥੇ ਜਾ ਕੇ ਡਰਾਈ ਫਰੂਟਸ ਦਾ ਸਵਾਦ ਵੀ ਦੇਖ ਲੈਣਾ ਚਾਹੀਦਾ। ਜਿਹੜੇ ਬਿਆਨਬਾਜ਼ੀ ਕਰਦੇ, ਚਾਹੇ ਹੇਮਾ ਮਾਲਿਨੀ ਹੈ, ਫੋਟੋ ਖਿਚਾਉਣ ਲਈ ਖੇਤਾਂ 'ਚ ਕਣਕ ਵੱਢ ਕੇ, ਇਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਕਿਹੜੀ ਫਸਲ ਕਦੋਂ ਲੱਗਦੀ ਹੈ, ਕਿ ਕਿਹੜੀ ਫਸਲ ਨੂੰ ਕਿੰਨਾ ਪਾਣੀ ਲੱਗਦਾ, ਕਿੰਨਾ ਝਾੜ ਆਉਂਦਾ 1 ਕਿੱਲੇ ਦੇ ਅੰਦਰੋਂ।
ਇਹ ਲੋਕ ਟਿੱਪਣੀਆਂ ਕਰਨ ਬੈਠ ਜਾਂਦੇ ਆ ਕਿਸਾਨਾਂ ਦੇ ਉੱਤੇ, ਜਿਨ੍ਹਾਂ ਨੂੰ ਕਿਸਾਨੀ ਦਾ ਊੜਾ ਆੜਾ ਨਹੀਂ ਪਤਾ, ਉਹ ਲੋਕ ਸ਼ੈਹਾਂ ਦਿੰਦੇ ਆ। ਉਹ ਲੋਕ ਇਹ ਕਹਿੰਦੇ ਆ ਕਿ ਕਾਨੂੰਨਾਂ ਦੇ ਫਾਇਦੇ ਬਹੁਤ ਨੇ। ਜਿਹੜੀ ਨੂੰ ਫਸਲ ਦੇ ਨਾਮ ਨਹੀਂ ਪਤਾ, ਉਹ ਲੋਕ ਫਾਇਦੇ ਗਿਣਾਉਣ ਲੱਗੇ ਹੋਏ ਆ। ਮਸਲਾ ਕੀ ਹੈ ਕਿ ਇੱਕ ਚਮਚਾਗਿਰੀ ਦਾ, ਆਪਣੇ ਜਿਹੜੇ ਗੁਰੂ ਨੇ, ਆਪਣੇ ਜਿਹੜੇ ਹੁਕਮਰਾਨ ਨੇ, ਉਹਨਾਂ ਨੂੰ ਖੁਸ਼ ਕਰਨ ਦਾ, ਕਿ ਬਿਆਨਬਾਜ਼ੀ ਅਸੀਂ ਐਸੀ ਕੱਢ ਕੇ ਮਾਰੀਏ ਕਿ ਸਾਨੂੰ ਸਾਡੀ ਬੀਜੇਪੀ ਪਾਰਟੀ ਕਹੇ ਕਿ ਤੁਹਾਡੇ ਵਰਗੀ ਬਿਆਨਬਾਜ਼ੀ ਤਾਂ ਸਾਡੇ ਕੋਲੇ ਭਗਤ ਹੀ ਹੈ ਨਹੀਂ। ਭਗਤ ਦੋ ਤਿੰਨ ਨੇ, ਇੱਕ ਹੰਸਰਾਜ ਹੰਸ, ਇੱਕ ਹਰਜੀਤ ਗਰੇਵਾਲ, ਇੱਕ ਸੁਰਜੀਤ ਜਾਣੀ, ਤੇ ਹੁਣ ਹੇਮਾ ਮਾਲਿਨੀ ਵੀ ਪੰਜਾਬ ਦੀ ਨੇ ਹਿੱਸਾ ਪਾਤਾ ਵਿੱਚ, ਸਨੀ ਦਿਓਲ ਨੇ ਵੀ ਹਿੱਸਾ ਪਹਿਲਾਂ ਪਾਇਆ ਸੀ। ਤਾਂ ਇਹ ਲੋਕ ਪੰਜਾਬ ਦੇ ਹੋ ਕੇ ਪੰਜਾਬ ਨਾਲ ਹੀ ਨਮਕ ਹਰਾਮੀ ਕਰਨ ਲੱਗੇ ਹੋਏ ਆ। ਸੁਰਜੀਤ ਜਾਣੀ ਹੋਵੇ ਚਾਹੇ ਹਰਜੀਤ ਗਰੇਵਾਲ ਹੋਵੇ, ਜਿਵੇਂ ਤੁਸੀਂ ਆਖਿਆ ਕਿ ਮਾਤਾ ਮਹਿੰਦਰ ਕੌਰ ਦੇ ਉੱਤੇ ਟਿੱਪਣੀ ਕਰ ਦੇਣੀ ਕੰਗਨਾ ਰਣੌਤੀ, ਤਾਂ ਚਮਚੇ ਬਹੁਤ ਨੇ। ਚਮਚੇ ਐਸੀਆਂ ਟਿੱਪਣੀਆਂ ਕਰਦੇ ਹੀ ਹੁੰਦੇ ਆ, ਤੇ ਚਮਚੇ ਕੜਛੀਆਂ ਦਾ ਇੱਕੋ ਹੀ ਕੰਮ ਹੁੰਦਾ ਹੈ ਕਿ ਆਪਣੇ ਮਾਲਕ ਨੂੰ, ਆਪਣੇ ਹੁਕਮਰਾਨ ਨੂੰ ਕਿਵੇਂ ਖੁਸ਼ ਕੀਤਾ ਜਾ ਸਕੇ। ਉਹਨਾਂ ਦਾ ਆਪਣਾ ਵਜੂਦ, ਆਪਣਾ ਕੋਈ ਜ਼ਮੀਰ ਨਹੀਂ ਹੁੰਦਾ, ਚਾਹੇ ਆਪਣੇ ਸਕੇ ਰਿਸ਼ਤੇਦਾਰਾਂ ਦੇ ਜਾਂ ਆਪਣੇ ਸਕੇ ਭਾਈਆਂ ਦੇ ਨਹੀਂ ਹੋ ਸਕਦੇ, ਜੋ ਆਪਣੀ ਜ਼ਮੀਰ ਕਿਸੇ ਕੋਲੇ ਗਹਿਣੇ ਰੱਖ ਬੈਠਦੇ। ਜੀ ਜਾਂਦੇ ਜਾਂਦੇ ਇੱਕ ਸਵਾਲ ਹੋਰ ਪੁੱਛਾਂਗੇ, ਕੀ ਲੱਗਦਾ ਵੀ ਇਹ ਮਸਲਾ ਕਦੋਂ ਤੱਕ ਹੱਲ ਹੋਊਗਾ, ਕਦੋਂ ਤੱਕ ਇਹ ਸੰਘਰਸ਼ ਜਿਹੜਾ ਲਗਾਤਾਰ ਚੱਲਦਾ ਰਹੂਗਾ? ਕਾਫੀ ਟਾਈਮ ਹੋ ਗਿਆ ਕਿਸਾਨਾਂ ਨੂੰ ਇੱਥੇ ਠੰਡ ਦੀ, ਕੜਾਕੇ ਦੀ ਠੰਡ 'ਚ ਬੈਠੇ ਨੂੰ, ਹਾਲੇ ਤੱਕ ਮਸਲੇ ਦਾ ਹੱਲ ਨਹੀਂ ਹੋ ਰਿਹਾ। ਕੀ ਲੱਗਦਾ ਵੀ ਕਿੰਨਾ ਕੁ ਲੰਮਾ ਸਮਾਂ ਚੱਲ ਸਕਦਾ ਇਹ ਸੰਘਰਸ਼? ਬਿਲਕੁਲ, ਜਿਵੇਂ ਤੁਸੀਂ ਆਖਿਆ ਕਿ ਲੰਮਾ ਸੰਘਰਸ਼ ਕਿੰਨਾ ਸਮਾਂ ਚੱਲ ਸਕਦਾ ਹੈ। ਜੇਕਰ ਆਪਾਂ ਅਸਲ ਹਕੀਕਤ ਦੇਖੀਏ ਤਾਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ, ਪਰ ਇੱਕ ਹਿਸਾਬ ਦੇ ਨਾਲ ਉਹਨੂੰ ਇਹ ਲੱਗਦਾ ਕਿ ਦੇਸ਼ ਦੁਨੀਆ ਦੇ ਅੰਦਰ ਮਾੜਾ ਸੁਨੇਹਾ ਨਾ ਜਾਵੇ ਕਿ ਕੇਂਦਰ ਗੱਲਬਾਤ ਨਹੀਂ ਕਰ ਰਿਹਾ। ਅਸੀਂ ਇਹ ਕਹਿ ਸਕੀਏ ਕਿ ਇੰਨੇ ਕੁ ਜੋਗੇ ਹੋ ਜਾਈਏ ਕਿ ਅਸੀਂ ਤਾਂ ਮੀਟਿੰਗਾਂ ਕਰਦੇ ਹਾਂ। ਖੇਤੀਬਾੜੀ ਮੰਤਰੀ ਦਾ ਤਾਂ ਪਹਿਲਾਂ ਇਹ ਬਿਆਨ ਆਉਂਦਾ ਕਿ ਜਦੋਂ ਕੋਈ ਨਤੀਜਾ ਕੱਢਣਾ ਹੁੰਦਾ, ਲੰਮਾ ਨਤੀਜਾ ਹੁੰਦਾ ਕੋਈ, ਤਾਂ ਉਦੋਂ ਮੀਟਿੰਗਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ, ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਪਰ ਇੰਨਾ ਵੀ ਸੋਚ ਲੈਣਾ ਚਾਹੀਦਾ ਹੈ ਕਿ ਬੰਦਿਆਂ ਨੂੰ ਬੁਲਾ ਕੇ ਉਹਨਾਂ ਤੇ ਉਹੀ ਵਾਰ-ਵਾਰ ਇਹੀ ਕਹੀ ਜਾਣਾ ਕਿ ਫਾਇਦੇ ਬਹੁਤ ਨੇ, ਰੱਦ ਨਹੀਂ ਹੋਣੇ, ਸੋਧਾਂ ਕਰਵਾ ਲਓ। ਇੱਕੋ ਗੱਲ ਨੂੰ ਵਾਰ-ਵਾਰ ਕਰਕੇ ਉਹਦਾ ਫਾਇਦਾ ਕੀ ਹੈ ਮੀਟਿੰਗਾਂ ਫਿਰ ਕਰਨ ਦਾ? ਕਿ ਇਹ ਆਪਣੇ ਆਪ ਨੂੰ ਸੱਚੇ ਹੋਣਾ ਚਾਹੁੰਦੇ ਹੈ। ਮੀਟਿੰਗਾਂ ਤਾਂ ਕੋਈ ਹੱਲ ਨਹੀਂ ਹੋਣਾ। ਜਿਵੇਂ ਮੈਂ ਪਹਿਲਾਂ ਆਖਿਆ ਕਿ ਸੁਪਰੀਮ ਕੋਰਟ ਦੇ ਅੰਦਰ ਮਸਲਾ ਹੱਲ ਹੋ ਸਕਦਾ ਹੈ, ਉਹਦੇ ਸੁਪਰੀਮ ਕੋਰਟ ਦੇ ਉੱਤੇ ਇਹ ਸਾਰਾ ਫੈਸਲਾ ਡਿੱਗਿਆ ਜਾਊਗਾ ਕਿ ਉਹ ਉਹਨਾਂ ਨੇ ਜਿਵੇਂ ਨਿਬੇੜਤਾ, ਕੇਂਦਰ ਨੇ ਆਪ ਆਪਣੇ ਹੱਥ ਪਿੱਛੇ ਸਿੱਟ ਲੈਣੇ ਆ। ਤੇ ਹੁਣ ਇਹੀ ਬਿਆਨਬਾਜ਼ੀ ਇੱਕ ਰਕੇਸ਼ ਟਕੈਤ ਕਿਸਾਨ ਆਗੂ ਦੀ ਸਾਹਮਣੇ ਆਉਂਦੀ ਹੈ। ਉਹ ਕਹਿੰਦੇ, ਉਹਨਾਂ ਨੇ ਇਸ਼ਾਰਾ ਬਿਲਕੁਲ ਕਰਤਾ, ਉਹ ਕਹਿੰਦੇ ਕਿ ਜੇਕਰ 5 ਸਾਲ ਇੱਕ ਸਰਕਾਰ ਦਾ ਕਾਰਜ ਸ਼ੈਲੀ ਚੱਲ ਸਕਦੀ ਹੈ, 5 ਸਾਲ ਲਈ ਸਰਕਾਰ ਚੱਲ ਸਕਦੀ ਹੈ, ਤਾਂ ਕਿਸਾਨ ਅੰਦੋਲਨ 50 ਦਿਨ ਹੁਣ ਹੋ ਗਏ, ਉਹ ਤੋਂ ਜ਼ਿਆਦਾ ਕਿਉਂ ਨਹੀਂ ਚੱਲ ਸਕਦਾ? ਹੁਣ ਕਿਸਾਨ ਨੂੰ ਕਿਉਂ ਇਹ ਕਿਸਾਨ ਧਰਨੇ ਜਿਹੜੇ ਬੁਰੇ ਲੱਗਣ ਲੱਗੇ? ਹੁਣ ਸਾਡੇ ਅੰਦਰ ਹੁੱਲੜਬਾਜ਼ਾਂ ਨੂੰ ਵਾੜ ਕੇ ਸੰਘਰਸ਼ ਨੂੰ ਬਦਨਾਮ ਕਰਨ ਦੇ ਕਿਉਂ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਇਹਨੂੰ ਬਦਨਾਮ ਕਰ ਦਈਏ? ਇਹਨੂੰ 50 ਦਿਨ ਹੀ ਕਹਿੰਦੇ ਸਾਡੇ ਦਿੱਲੀ ਬੈਠੇ ਬੜੇ ਔਖੇ ਲੱਗਣ ਲੱਗੇ। ਕਿ ਹੁਣ ਜੇਕਰ ਇਹ ਚਾਹੁੰਦੇ ਹੈ ਕਿ ਇਹ 5 ਸਾਲ ਸਰਕਾਰ ਚੱਲ ਸਕਦੀ ਹੈ, ਤਾਂ ਅਸੀਂ ਵੀ ਕਹਿੰਦੇ ਜਿੰਨਾ ਸਮਾਂ ਇਹ ਸੰਘਰਸ਼ ਲੰਬਾ ਚੱਲੂਗਾ ਉਹਨਾਂ ਸਮਾਂ ਚਲਾਵਾਂਗੇ। ਮਕਸਦ ਇੱਕ ਹੀ ਰਹੂਗਾ, ਸਾਡਾ ਅੜੀ ਇੱਕ ਹੀ ਰਹੂਗੀ ਕਿ ਕਾਨੂੰਨ ਅਸੀਂ ਰੱਦ ਕਰਵਾਉਣੇ ਆ, ਕੋਈ ਸੋਧ ਨਹੀਂ ਹੋਊਗੀ, ਚਾਹੇ 5 ਸਾਲ ਚੱਲੇ। ਜਿੰਨਾ ਟਾਈਮ ਕਹਿੰਦੇ ਮੋਦੀ ਸਰਕਾਰ ਹੈ, ਉਹਨਾਂ ਟਾਈਮ ਸਾਨੂੰ ਚਾਹੇ ਸੰਘਰਸ਼ ਵਿੱਢਣਾ ਪਵੇ, ਉਹਨਾਂ ਟਾਈਮ ਸੰਘਰਸ਼ ਵਿੱਢਾਂਗੇ। ਰਕੇਸ਼ ਟਕੈਤ ਦਾ ਬਿਆਨ ਹੈ, ਜਿਵੇਂ ਤੁਸੀਂ ਆਖਿਆ ਕਿ ਕਿੰਨਾ ਸਮਾਂ ਲੰਬਾ ਚੱਲੂਗਾ, ਇਹ ਕਿਸਾਨਾਂ ਦੇ ਜਜ਼ਬੇ, ਕਿਸਾਨਾਂ ਦੇ ਹੌਸਲੇ ਦੱਸਦੇ ਆ। ਮੰਗ ਜਿੰਨਾ ਟਾਈਮ ਕਿਸਾਨਾਂ ਦੀ ਇਹ ਪੂਰੀ ਨਹੀਂ ਹੁੰਦੀ, ਇਹ ਕਾਨੂੰਨ ਰੱਦ ਨਹੀਂ ਹੁੰਦੇ, ਉਨੇ ਸਮੇਂ ਤੱਕ ਸੰਘਰਸ਼ ਚੱਲਦੇ ਰਹਿਣਗੇ। ਜੀ ਤੁਸੀਂ ਸਹੀ ਕਿਹਾ ਵੀ ਜਦ ਤੱਕ ਜਿਹੜੇ ਕਿਸਾਨ ਨੇ ਉਹ ਅੜੇ ਹੋਏ ਨੇ ਵੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ ਜਿਹੜੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ। ਜੀ ਸੋ ਇਹ ਸਨ ਪ੍ਰਵੇਸ਼ ਜਿਨ੍ਹਾਂ ਨੇ ਕਿ ਇਸ ਮੁੱਦੇ ਦੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਤੁਹਾਨੂੰ ਵੀ ਬਾਖੂਬੀ ਪਸੰਦ ਆਏ ਹੋਣ। ਸੋ ਪ੍ਰਵੇਸ਼ ਜੀ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ 26 ਜਨਵਰੀ ਤੇ ਹੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਜੋ ਕਿਸਾਨਾਂ ਵੱਲੋਂ 26 ਜਨਵਰੀ ਨੂੰ ਪਰੇਡ ਕੀਤੀ ਜਾ ਰਹੀ ਹੈ, ਆਖਿਰ ਉਸ ਵਿੱਚ ਕੀ ਕੁਝ ਖਾਸ ਰਹੇਗਾ ਕਿ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚ ਸਕੇਗੀ? ਇਹ ਤਾਂ ਹੁਣ 26 ਜਨਵਰੀ ਦੀ ਪਰੇਡ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸੋ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਸਟਾਰ ਕੈਨੇਡਾ ਟੀਵੀ। ਧੰਨਵਾਦ।